ਸਤਿ ਸ਼੍ਰੀ ਅਕਾਲ ਜੀ। ਤੁਸੀਂ ਦੇਖ ਰਹੇ ਹੋ ਪੰਜਾਬ ਮੇਲ USA TV। ਮੇਜ਼ਬਾਨ ਵਰੁਣ ਕੌਰ ਮਾਨ। ਪ੍ਰੋਗਰਾਮ ਸਾਡਾ ਪੰਜਾਬ ਐਬਰੋਡ ਪ੍ਰੋਗਰਾਮ ਦੇ ਵਿੱਚ ਸਾਡੇ ਸਟੂਡੀਓ ਦੇ ਵਿੱਚ ਪਹੁੰਚੇ ਨੇ ਅਰਵਿੰਦਰਪਾਲ ਸਿੰਘ ਜੀ, ਜੋ ਕਿ ਸਾਨੂੰ ਅਪਡੇਟ ਦੇਣਗੇ ਕਿ ਹੁਣ ਕੀ ਹੋ ਰਿਹਾ ਹੈ, ਹੁਣ ਕਿਵੇਂ ਵਿਦੇਸ਼ਾਂ ਦੇ ਵਿੱਚ ਫਲਾਈਟਸ ਖੁੱਲੀਆਂ ਨਹੀਂ ਖੁੱਲੀਆਂ, ਕੀ ਦਿੱਕਤਾਂ ਆ ਰਹੀਆਂ ਨੇ, ਕਿਹੜੀਆਂ ਦਿੱਕਤਾਂ ਦੂਰ ਹੋ ਗਈਆਂ। ਕਿਉਂਕਿ ਜਦੋਂ ਵੀ ਅਰਵਿੰਦਰਪਾਲ ਸਿੰਘ ਹੁਣੀ ਸਟੂਡੀਓ ਦੇ ਵਿੱਚ ਆਉਂਦੇ ਨੇ ਬਹੁਤ ਸਾਰੀ ਜਾਣਕਾਰੀ ਸਾਨੂੰ ਦੇ ਕੇ ਜਾਂਦੇ ਨੇ। ਆਖਦੇ ਹਾਂ ਜੀ ਆਇਆਂ, ਬਹੁਤ ਬਹੁਤ ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਔਰ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਭ ਤੋਂ ਵੱਡੀ ਖਬਰ ਤਾਂ ਇਹ ਆਈ ਹੋਈ ਹੈ ਕਿ ਪੰਜਾਬੀ ਯੂਨੀਵਰਸਿਟੀ ਨੇ ਫੀਸ ਵਧਾ ਦਿੱਤੀ। ਇਹ ਬੜੀ ਚਿੰਤਾ ਦਾ ਵਿਸ਼ਾ ਵੀ ਬਣਿਆ ਹੋਇਆ ਹੈ ਔਰ ਇਹ ਵਿਦੇਸ਼ ਦੇ ਨਾਲ ਵੀ ਰਿਲੇਟਡ ਹੈ। ਪਹਿਲਾਂ ਇਹ ਖਬਰ ਸਾਡੇ ਦਰਸ਼ਕਾਂ ਨੂੰ ਤੁਸੀਂ ਕਲੀਅਰ ਕਰ ਦਿਓ। ਮਾਨ ਸਾਹਿਬ, ਇੱਕ ਸਾਰੇ ਸੈਂਟਰ ਗਵਰਨਮੈਂਟ ਤੋਂ ਇੱਕ ਅੱਖਰ ਚੱਲਦਾ ਜਿਹਨੂੰ ਕਹਿੰਦੇ ਆਪਦਾ ਮੇਂ ਅਫਸਰ ਜੀ। ਔਰ ਆਪਦਾ ਮੇਂ ਅਫਸਰ ਮੀਨਸ ਕਿ ਜਦੋਂ ਸਾਰੇ ਪਾਸੇ ਹਾਹਾਕਾਰ ਮਚੀ ਆ ਉਹਦੇ ਵਿੱਚ ਵੀ ਓਪਰਚੁਨਿਟੀ। ਸੋ ਯੈਸ, ਇਹ ਪਟਿਆਲਾ ਜਿਹੜੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਉਹਨਾਂ ਨੇ ਐਗਜ਼ੈਕਟਲੀ ਇਹੀ ਕੀਤਾ ਕਿ ਮੌਕੇ ਦਾ ਫਾਇਦਾ ਚੱਕਿਆ। ਬਿਕੋਜ਼ ਇਸ ਟਾਈਮ ਉਹਨਾਂ ਦੇ ਕੋਲ ਲਗਭਗ 150 ਐਪਲੀਕੇਸ਼ਨਸ ਪਰ ਡੇ ਆ ਰਹੀਆਂ ਨੇ। ਕਿੰਨਾਂ ਦੀਆਂ ਆ ਰਹੀਆਂ ਨੇ? ਜਿਹੜੀਆਂ ਅਫੀਸ਼ੀਅਲ ਟਰਾਂਸਕ੍ਰਿਪਟਸ ਚਾਹੀਦੀਆਂ ਨੇ ਯੂਨੀਵਰਸਿਟੀਜ਼, ਜਿੱਦਾਂ ਅਮਰੀਕਾ ਦੀ ਯੂਨੀਵਰਸਿਟੀਜ਼ ਕਿਸੇ ਨੇ ਪੜ੍ਹਨ ਜਾਣਾ ਆ ਜੀ, ਸੋ ਅਮਰੀਕਨ ਯੂਨੀਵਰਸਿਟੀ ਅਫੀਸ਼ੀਅਲ ਟਰਾਂਸਕ੍ਰਿਪਟ ਚਾਹੀਦੀ ਹੈ ਜੀ। ਸੋ ਉਹ ਟਰਾਂਸਕ੍ਰਿਪਟਸ ਜਿਹੜੀ ਸੰਬੰਧਿਤ ਯੂਨੀਵਰਸਿਟੀ ਜਿੱਥੋਂ ਤੁਸੀਂ ਹਾਇਰ ਐਜੂਕੇਸ਼ਨ ਲਈ ਆ ਉਹਨੇ ਕੋਰਸਪੋਂਡਿੰਗ ਯੂਨੀਵਰਸਿਟੀ ਨੂੰ ਭੇਜਣੀ ਹੁੰਦੀ। ਸੋ ਇਟਸ ਅ ਯੂਨੀਵਰਸਿਟੀ ਟੂ ਯੂਨੀਵਰਸਿਟੀ ਕਨਵਰਸੇਸ਼ਨ ਬੇਸਿਕਲੀ, ਬਿਕੋਜ਼ ਤੁਹਾਡੀ ਡਿਗਰੀ ਦੀ ਅਥੈਂਟਿਸਿਟੀ ਲਈ ਉਹ ਜਿਹੜੀ ਯੂਨੀਵਰਸਿਟੀ ਨੇ ਤੁਹਾਨੂੰ ਪੜ੍ਹਾਇਆ ਆ ਉਹੀ ਜਿੱਥੇ ਤੁਸੀਂ ਪੜ੍ਹਨ ਜਾ ਰਹੇ ਹੋ ਉਹਨੂੰ ਕਮਿਊਨੀਕੇਟ ਕਰੇ ਜੀ। ਔਰ ਪਲੱਸ ਤੁਹਾਡੇ ਜਿਹੜੇ PR ਦੇ ਸਟੂਡੈਂਟਸ ਆ ਜਿਨ੍ਹਾਂ ਨੇ PR ਪਾਉਣੀ ਆ ਉਹਨਾਂ ਲਈ, ਜਾਂ ਜਿਨ੍ਹਾਂ ਨੇ ਵਰਕ ਪਰਮਿਟ ਲੈਣਾ ਹੈ ਸਕਿਲਡ ਮਾਈਗ੍ਰੇਸ਼ਨ ਦੇ ਵਿੱਚ, ਸੋ ਇਹ ਯੂਨੀਵਰਸਿਟੀ ਨੂੰ ਸਭ ਨੂੰ ਇਵੈਲੂਏਸ਼ਨਸ ਦੀਆਂ ਰਿਪੋਰਟਸ ਦੇਣੀਆਂ ਹੁੰਦੀਆਂ। ਸੋ ਜਦੋਂ ਅਫੀਸ਼ੀਅਲ ਟਰਾਂਸਕ੍ਰਿਪਟ ਦੀ ਫੀਸ ਜਿਹੜੀ ਕਿ ਮਾਤਰ 500 ਰੁਪਏ ਸੀ ਜੀ, ਉਹ ਤੁਸੀਂ ਯਕੀਨ ਕਰੋ ਮਤਲਬ 20,000 ਰੁਪਇਆ ਉਹਨਾਂ ਨੇ ਉਹ ਕਰ ਦਿੱਤੀ ਹੈ। ਸੋ ਇਟ ਇਜ਼ ਆਲਮੋਸਟ 40 ਗੁਣਾ। ਸੋ ਇੱਥੇ ਤੁਸੀਂ ਕੁਛ ਵੀ ਚੀਜ਼ਾਂ ਸੋਚ ਸਕਦੇ ਹੋ ਕਿ ਐਡਾ ਵੱਡਾ ਮਤਲਬ ਜਿਹੜਾ, ਬਿਕੋਜ਼ ਤੁਸੀਂ ਫੀਸ ਵੱਧਣੀ ਸੀ ਦੁੱਗਣੀ ਹੋ ਜਾਂਦੀ, ਤਿੱਗਣੀ ਹੋ ਜਾਂਦੀ ਹੈ ਹਾਂਜੀ, ਪਰ 500 ਦਾ 20,000 ਦੇ ਨਾਲ ਇਹਨੂੰ ਸਿਰਫ ਤੇ ਸਿਰਫ ਅਪਰਚੁਨਿਟੀ ਵਾਲਾ ਮੰਨਿਆ ਜਾਂਦਾ। ਔਰ ਇਸ ਫੈਸਲੇ ਦੀ ਆਲਮੋਸਟ ਜਿੰਨੀਆਂ ਵੀ ਸਟੂਡੈਂਟ ਯੂਨੀਅਨਸ ਆ ਉਹਨਾਂ ਨੇ ਵੀ ਨਿਖੇਧੀ ਕੀਤੀ ਹੈ। ਉਹ ਫਾਈਟ ਵੀ ਕਰਨਗੇ ਇਹਦੇ ਉੱਪਰ ਅੱਗੇ, ਬਟ ਫਿਰ ਵੀ ਜਿਹੜਾ ਇਹ ਜਿਹੜੇ ਸਾਡੇ ਇਸ ਟਾਈਮ ਜਿੰਨੇ ਵੀ ਲੋਕ ਬਾਹਰ ਜਾਣਾ ਚਾਹੁੰਦੇ ਆ ਇਹ ਉਹਨਾਂ ਲਈ ਬਹੁਤ ਵੱਡਾ ਝਟਕਾ ਆ। ਸੋ ਹਾਂ, ਸਾਨੂੰ ਕਿਉਂਕਿ ਬਾਹਰ ਜਾਣ ਲਈ ਅਸੀਂ ਰੁਪਈਆਂ ਦੀ ਪਰਵਾਹ ਨਹੀਂ ਕਰਦੇ, ਇਹ ਵੀ ਇੱਕ ਸੱਚ ਆ, ਪਰ ਫਿਰ ਵੀ ਜਿੱਥੇ ਲੋਕ ਬਹੁਤ ਸਾਰੇ ਪਹਿਲੇ ਫਾਈਨੈਂਸ਼ੀਅਲ ਕ੍ਰਾਈਸਿਸ ਦੇ ਵਿੱਚੋਂ ਲੰਘ ਰਹੇ ਆ, ਸੋ ਉਹਨਾਂ ਲਈ ਇਹ ਵੱਡੀ ਸੱਟ ਹੋਏਗੀ। ਔਰ ਇੱਕ ਹੋਰ ਚੀਜ਼, ਇਹ ਤੁਹਾਡੀ ਪਰ ਯੂਨੀਵਰਸਿਟੀ ਆ ਔਰ ਉਸ ਤੋਂ ਬਾਅਦ ਤੁਸੀਂ ਇਹਦੇ ਉੱਪਰ GST 18% ਅਲੱਗ ਤੋਂ ਦੇਣਾ ਆ ਜੀ। ਸੋ ਇਹ ਆਲਮੋਸਟ 22-23,000 ਰੁਪਏ ਦੇ ਕਰੀਬ ਜਿਹੜੀ ਫੀਸ ਹੋਏਗੀ। ਔਰ ਮਸਲਾ ਠੀਕ ਹੈ ਵੀ ਸਟੂਡੈਂਟ ਨੂੰ ਇੱਕ ਵਾਰੀ ਲੱਗਦਾ ਕਿ ਚੱਲ ਮੈਂ ਇੱਕ ਵਾਰੀ ਫੀਸ ਦੇ ਦੂੰ, ਬਟ ਜਿਹੜਾ ਤੁਹਾਡਾ ਮਾਈਂਡ ਸੈਟ 500 ਵਾਲਾ ਬਣਿਆ ਆ ਉਹ ਜਦੋਂ 20,000 ਤੇ ਪਹੁੰਚ ਜਾਂਦਾ ਤੁਹਾਨੂੰ ਸੋਚਣਾ ਪਏਗਾ ਕਿ ਗਵਰਨਮੈਂਟ ਇਸ ਟਾਈਮ ਕੀ ਸੋਚ ਰਹੀ ਹੈ। ਇੱਕ ਸਮਾਂ ਆਇਆ ਸੀ ਕਿ ਪੰਜਾਬ ਗਵਰਨਮੈਂਟ ਨੇ ਇੱਥੋਂ ਤੱਕ ਕੀਤਾ ਸੀਗਾ ਕਿ ਜਿਹੜਾ ਘਰ ਘਰ ਰੋਜ਼ਗਾਰ ਯੋਜਨਾ ਆ ਉਹਨੂੰ ਵੀ ਲਿੰਕ ਅਪ ਕਰਨ ਦੀ ਟਰਾਈ ਕੀਤੀ ਸੀ ਇਸ ਸਾਡੇ ਟ੍ਰੇਡ ਦੇ ਨਾਲ। ਉਹ 'ਚ ਇਹ ਕਿਹਾ ਗਿਆ ਸੀਗਾ ਕਿ ਜਿੰਨੇ ਇਵਨ ਅਸੀਂ DC ਆਫਿਸਰਸ ਨੂੰ ਡਾਟਾ ਸਬਮਿਟ ਕਰਦੇ ਆ, ਉਹ 'ਚ ਇਹ ਕਿਹਾ ਗਿਆ ਸੀ ਕਿ ਜਿੰਨੇ ਬੱਚੇ ਬਾਹਰ ਜਾਂਦੇ ਆ ਇਹਨਾਂ ਨੂੰ ਵੀ ਅਸੀਂ ਰੋਜ਼ਗਾਰ ਦੇ ਨਾਲ ਜੋੜ ਦਈਏ। ਸੋ ਗਵਰਨਮੈਂਟ ਨੇ ਕਾਫੀ ਟਰਾਈ ਕੀਤੀ ਕਿ ਜਿੰਨੇ ਸਟੂਡੈਂਟਸ ਬਾਹਰ ਜਾਂਦੇ ਆ ਜਾਂ ਜਿੰਨੇ ਇਮੀਗ੍ਰੈਂਟਸ ਬਾਹਰ ਜਾਂਦੇ ਆ ਉਹਨਾਂ ਦਾ ਡਾਟਾ ਲੈ ਕੇ ਆਪਣੀ ਬੈਲਟ ਥੱਲੇ ਲਾ ਲਿਆ ਜਾਵੇ ਔਰ ਉਹ 'ਚ ਇਹ ਕਲੇਮ ਕੀਤਾ ਜਾਵੇ ਕਿ ਅਸੀਂ ਘਰ ਘਰ ਜਿਹੜੀ ਨੌਕਰੀ ਦੇਣੀ ਸੀ ਇਹ ਜਿਹੜੇ ਬਾਹਰ ਭੇਜਣਾ ਵੀ ਇਹ ਵੀ ਉਹਦੇ ਨਾਲ ਹੀ ਰਲਦਾ ਮਿਲਦਾ ਆ। ਖੈਰ ਕਿਸੇ ਸਿਆਣੇ ਨੂੰ ਸਮਝ ਲੱਗ ਗਈ, ਉਹਨੇ ਸਰਕਾਰ ਦੇ ਕੰਨੀ ਪਾਇਆ ਕਿ ਤੁਹਾਡਾ ਕੰਮ ਇੰਪਲੋਇਮੈਂਟ ਜਨਰੇਟ ਕਰਨਾ ਆ, ਨਾ ਇੰਪਲੋਇਮੈਂਟ ਹੋਣ ਕਰਕੇ ਜਿਹੜੇ ਲੋਕ ਬਾਹਰ ਜਾਣ ਦੀਆਂ ਟਰਾਈਆਂ ਕਰ ਰਹੇ ਨੇ, ਬਾਹਰ ਜਾ ਰਹੇ ਨੇ, ਉਹ ਤੁਹਾਡੇ ਲਈ ਪੁੱਠਾ ਪਏਗਾ। ਸੋ ਖੈਰ ਉੱਥੋਂ ਤੋਂ ਇਹਨਾਂ ਨੇ ਹੱਥ ਪਿੱਛੇ ਖਿੱਚ ਲਏ ਸਾਡੀ ਲੋਕਲ ਗਵਰਨਮੈਂਟ ਨੇ, ਬਟ ਫਿਰ ਵੀ ਤੁਸੀਂ ਗਵਰਨਮੈਂਟ ਦਾ ਧਿਆਨ ਕਿਸ ਪਾਸੇ ਆ ਉਹਦਾ ਜ਼ਰੂਰ ਇਹਦਾ ਇੱਕ ਛੋਟਾ ਜਿਹਾ ਤੁਹਾਨੂੰ ਸਬੂਤ ਮਿਲਦਾ ਆ ਜੀ। ਔਰ ਇਹਦੇ ਨਾਲ ਹੀ ਈਵਨ ਜਿਹੜੀਆਂ ਸਾਡੇ ਕੋਲ ਦੂਸਰੀਆਂ ਯੂਨੀਵਰਸਿਟੀਜ਼ ਨੇ, ਜਿੱਦਾਂ ਤੁਸੀਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਹੈ ਜਾਂ ਜਿਹੜੀ ਆ ਸਾਡੇ ਕੋਲ ਚੰਡੀਗੜ੍ਹ ਪੰਜਾਬੀ ਯੂਨੀਵਰਸਿਟੀ ਚੰਡੀਗੜ੍ਹ ਦੇ 'ਚ, ਸੋ ਉਹਨਾਂ ਦੀਆਂ ਫੀਸਾਂ ਹਾਲੇ ਵੀ ਉਹੀ ਹੈ 500 ਤੋਂ ਲੈ ਕੇ 1500 ਤੱਕ 1200 ਤੱਕ। ਸੋ ਇਸ ਤਰੀਕੇ ਦੀਆਂ ਫੀਸਾਂ ਨੇ। ਸੋ ਇੱਕ ਇਕਲੌਤੀ ਯੂਨੀਵਰਸਿਟੀ ਹੈ ਜਿਹਨੇ ਫੀਸ ਇੱਕਦਮ ਇੰਨੀ ਰਾਈਜ਼ ਕੀਤੀ ਹੈ। ਸੋ ਇਹਦਾ ਇੱਕ ਕਾਰਨ ਜਿਹੜਾ ਤਰਕ ਦਿੱਤਾ ਜਾ ਰਿਹਾ ਯੂਨੀਵਰਸਿਟੀ ਵੱਲੋਂ ਉਹ ਇਹ ਹੈ ਕਿ ਜਦੋਂ ਸਟੂਡੈਂਟ ਡੋਮੈਸਟਿਕ ਸਟੂਡੈਂਟ ਆ ਜੀ ਉਹਦੀ ਫੀਸ 500 ਹੁੰਦੀ ਹੈ, ਔਰ ਜਦੋਂ ਬਾਹਰੋਂ ਅਪਲਾਈ ਕਰਦਾ ਆ, ਬਾਹਰੋਂ ਉਹਨੂੰ ਅਫੀਸ਼ੀਅਲ ਟਰਾਂਸਕ੍ਰਿਪਟ ਚਾਹੀਦੀ ਹੈ, ਜਦੋਂ ਉਹ ਆਫਸ਼ੋਰ ਆ ਸੌਰੀ ਇੰਡੀਆ ਦੇ ਵਿੱਚ ਨਹੀਂ ਹੈ, ਬਾਹਰ ਕਿਤੇ ਗਿਆ ਹੋਇਆ, ਉਹਦੀ ਫੀਸ $300 ਦੇ ਲਗਭਗ ਹੁੰਦੀ ਸੀ। ਬਿਲਕੁਲ। ਸੋ ਬਹੁਤ ਸਾਰੇ ਲੋਕ ਅਲੱਗ ਤਰੀਕੇ ਨਾਲ, ਗਲਤ ਤਰੀਕੇ ਨਾਲ ਆਪਣੇ ਆਪ ਨੂੰ ਇੰਡੀਆ ਦੇ ਵਿੱਚ ਸ਼ੋਅ ਕਰਕੇ ਉਹ ਅਪਲਾਈ ਕਰ ਦਿੰਦੇ ਸੀ ਕਿ ਲੋਕਲ ਕਿਸੇ ਰਿਸ਼ਤੇਦਾਰ ਨੇ ਅਪਲਾਈ ਕਰਤਾ।
ਸੋ ਜਿਹੜੀਆਂ ਬਹੁਤ ਸਾਰੀਆਂ ਇਹੋ ਜਿਹੀਆਂ ਰਿਪੋਰਟਾਂ ਆਈਆਂ ਕਿ ਜਿਹਦੇ ਵਿੱਚ ਇਹ ਦੱਸਿਆ ਗਿਆ ਯੂਨੀਵਰਸਿਟੀ ਵੱਲੋਂ ਕਿ ਬਹੁਤ ਸਾਰੀਆਂ ਜਿਹੜੇ ਲੋਕ ਇੱਥੇ ਨਹੀਂ ਰਹਿੰਦੇ, ਬਾਹਰ ਰਹਿੰਦੇ ਨੇ, ਉਹਨਾਂ ਵੱਲੋਂ ਗਲਤ ਤਰੀਕੇ ਨਾਲ ਅਪਲਾਈ ਕੀਤਾ ਗਿਆ। ਸੋ ਉਹਨਾਂ ਨੇ ਕਿਹਾ ਕਿ ਅਸੀਂ ਭੇਦਭਾਵ ਖਤਮ ਕਰਨ ਲੱਗੇ ਹਾਂ ਕਿ ਲੋਕਲ ਤੇ ਇੰਟਰਨੈਸ਼ਨਲ ਬੰਦੇ ਦਾ। ਸੋ ਜਿਹੜੇ ਲੋਕ ਬਾਹਰੋਂ ਅਪਲਾਈ ਕਰਦੇ ਸੀ ਉਹਨਾਂ ਨੂੰ ਵੀ ਸੇਮ ਟ੍ਰੀਟਮੈਂਟ ਮਿਲੇਗੀ ਜੋ ਹੁਣ ਲੋਕਲਸ ਨੂੰ ਮਿਲਦੀ ਸੀ, ਜਾਂ ਜਿਹੜੇ ਲੋਕਲਸ ਨੂੰ ਵੀ ਇੰਟਰਨੈਸ਼ਨਲ ਕਮਿਊਨਿਟੀ ਦੇ ਨਾਲ ਹੀ ਰਲਾ ਦਿੱਤਾ ਗਿਆ। ਸੋ ਖੈਰ ਇਹਦੇ ਬਾਰੇ ਯੂਨੀਵਰਸਿਟੀ ਨੂੰ ਸੋਚਣਾ ਪਏਗਾ, ਬਿਕੋਜ਼ ਜਿੰਨੇ ਵੀ ਸਟੂਡੈਂਟਸ ਅਪਲਾਈ ਕਰਦੇ ਆ, ਲੋਕਲ ਅਪਲਾਈ ਕਰਦੇ ਆ, ਉਹਨਾਂ ਲਈ ਵੱਡਾ ਹੈ, ਬਿਕੋਜ਼ ਵੱਡਾ ਝਟਕਾ ਹੋਏਗਾ, ਕਿਉਂਕਿ ਇੱਥੋਂ ਐਪਲੀਕੇਸ਼ਨਸ ਬਹੁਤ ਪੈਂਦੀਆਂ ਨੇ, PR ਦੀਆਂ, ਵਰਕ ਪਰਮਿਟ ਦੀਆਂ, ਈਵਨ ਸਟੂਡੈਂਟਸ ਦੀਆਂ ਬਹੁਤ ਸਾਰੀਆਂ ਯੂਨੀਵਰਸਿਟੀਜ਼ ਅਫੀਸ਼ੀਅਲ ਟ੍ਰਾਂਸਕ੍ਰਿਪਟ ਮੰਗਦੀਆਂ ਨੇ। ਸੋ ਆਈ ਬਿਲੀਵ ਕਿ ਗਵਰਨਮੈਂਟ ਨੂੰ ਸੋਚਣਾ ਚਾਹੀਦਾ, ਜਾਂ ਯੂਨੀਵਰਸਿਟੀ ਜਿਹੜੀ ਐਡਮਿਨਿਸਟ੍ਰੇਸ਼ਨ ਨੂੰ ਇੱਕ ਵਾਰੀ ਮੁੜੇ ਦੇ ਉੱਪਰ ਵਿਚਾਰ ਕਰਨੀ ਚਾਹੀਦੀ ਹੈ ਜੀ। ਤੁਹਾਨੂੰ ਲੱਗਦਾ ਹੈ ਇਹਦਾ ਯੂਨੀਵਰਸਿਟੀ ਨੂੰ ਫਾਇਦਾ ਹੋਊਗਾ ਕਿ ਉਲਟਾ ਨੁਕਸਾਨ ਹੋ ਜਾਊਗਾ? ਨਹੀਂ, ਫਿਲਹਾਲ ਤੇ ਫਾਇਦਾ ਹੀ ਹੈ, ਬਿਕੋਜ਼ ਜਿਹੜੇ ਪਾਸ ਆਊਟ ਸਟੂਡੈਂਟਸ ਆ ਉਹਨਾਂ ਨੇ ਅਫੀਸ਼ੀਅਲ ਟ੍ਰਾਂਸਕ੍ਰਿਪਟਸ ਲੈਣੀਆਂ ਨੇ ਜੀ, ਔਰ ਆਬਵੀਅਸਲੀ ਜਿਹੜੇ ਸਟੂਡੈਂਟਸ ਦਾ ਹੁਣ ਯੂਨੀਵਰਸਿਟੀ ਦੇ ਨਾਲ ਕੋਈ ਨਾਤਾ ਨਹੀਂ ਹੈਗਾ, ਔਰ ਜਦੋਂ ਸਟੂਡੈਂਟ ਅਪਲਾਈ ਕਰਨ ਜਾਂਦਾ ਉਦੋਂ ਉਹਦਾ ਗਿਆਨ ਇੰਨਾ ਨਹੀਂ ਹੁੰਦਾ। ਇਹ ਬੇਸਿਕਲੀ ਹਰ ਇੱਕ ਦੇ ਜਿੱਦਾਂ ਅਸੀਂ ਕਹਿੰਦੇ ਕਿ ਖਰਚਿਆਂ ਦੇ ਵਿੱਚ ਅਗਰ ਕੋਈ ਗਿਣ ਕੇ ਅਵੇਅਰ ਹੋ ਕੇ ਯੂਨੀਵਰਸਿਟੀ ਸਵਿਚ ਕਰ ਲੂਗਾ, ਇੱਦਾਂ ਦਾ ਕੁਛ ਨਹੀਂ ਹੈ, ਬਿਕੋਜ਼ ਅਸੀਂ ਪ੍ਰੈਜ਼ੈਂਟਲੀ ਹੁਣ ਸਾਹਮਣੇ ਦੀ ਸੋਚਦੇ ਹਾਂ। ਸੋ ਜਦੋਂ ਐਡਮਿਸ਼ਨ ਲੈਣ ਜਾਊਗਾ ਕੋਈ ਸਟੂਡੈਂਟ, ਉਹਨੂੰ ਅੱਜ ਦੱਸਿਆ ਯੂਨੀਵਰਸਿਟੀ ਦਾ ਕੀ ਮਾਹੌਲ ਆ, ਕੀ ਫੀਸ ਸਟਰਕਚਰ ਆ, ਜੋ ਕੁਛ ਵੀ ਹੈ। ਸੋ ਜੇ ਉਹਦੀ ਐਜੂਕੇਸ਼ਨ ਲੈਣ ਤੋਂ ਸਾਲ 2 ਸਾਲ ਬਾਅਦ ਇਹ ਵਰਤਾਰਾ ਉਦੋਂ ਹੋਣਾ ਆ। ਸੋ ਆਬਵੀਅਸਲੀ ਸਟੂਡੈਂਟਸ ਦਾ ਲਾਈਕ ਯੂਨੀਵਰਸਿਟੀ ਦਾ ਕੋਈ ਨੁਕਸਾਨ ਨਹੀਂ, ਫਾਇਦਾ ਹੀ ਹੈ, ਬਿਕੋਜ਼ ਜਿਹੜੀ 500 ਰੁਪਇਆ ਫੀਸ ਆਉਂਦੀ ਸੀ ਹੁਣ 20-22,000 ਰੁਪਇਆ ਆਏਗੀ ਜੀ। ਇੱਕ ਖਬਰ ਆਈ ਸੀ ਕਿ ਜਿੰਨੇ ਹੁਣ US ਜਾਣਾ ਉਹ ਕੈਨੇਡਾ ਹੋ ਕੇ ਜਾਏਗਾ, ਇਹ ਕੀ ਹੈ? ਨਹੀਂ, ਇਹ ਇਸ ਤਰੀਕੇ ਨਾਲ ਨਹੀਂ ਆ। ਅਸਲ ਦੇ ਵਿੱਚ ਕੀ ਹੈ ਕਿ ਕੈਨੇਡਾ ਨੇ ਭਾਰਤ ਤੋਂ ਰੋਕ ਲਾਈ ਹੋਈ ਹੈ ਫਲਾਈਟਸ ਦੇ ਉੱਪਰ ਜੀ। ਬਿਲਕੁਲ। ਸੋ ਜਿੰਨੇ ਵੀ ਜਿਹੜੇ ਕੈਨੇਡਾ ਜਾਣ ਵਾਲੇ ਲੋਕ ਨੇ ਉਹ ਹੁਣ ਇਨਡਾਇਰੈਕਟ ਰੂਟਸ ਲੈ ਰਹੇ ਨੇ। ਇਹ ਆਲਮੋਸਟ ਉਦੋਂ ਤੋਂ ਹੀ ਹੋ ਰਿਹਾ ਜਦੋਂ ਤੋਂ ਵੀ ਇਹਨਾਂ ਨੇ ਲਾਕਡਾਊਨ ਲਾਇਆ, ਕਿ ਜਦੋਂ ਤੋਂ ਫਲਾਈਟਸ ਕੈਂਸਲ ਕੀਤੀਆਂ ਜੀ। ਸੋ ਬਹੁਤ ਸਾਰੇ ਜਿਹੜੇ ਉੱਥੋਂ ਦੇ ਵਸਨੀਕ ਨੇ, ਜਾਂ ਜਿਨ੍ਹਾਂ ਕੋਲ ਕੈਨੇਡਾ ਦੇ ਨਾਲ ਅਮਰੀਕਾ ਦੇ ਵੀ ਜਿਨ੍ਹਾਂ ਕੋਲ ਜਾਣ ਦਾ ਰਸਤਾ ਹੈਗਾ ਜੀ, ਜਾਂ ਜਿਹਦਾ ਕੋਈ ਰਿਸ਼ਤੇਦਾਰ ਅਮਰੀਕਾ ਵੀ ਹੈ, ਕੈਨੇਡਾ ਵੀ, ਸੋ ਜਿਨ੍ਹਾਂ ਦੀ ਐਲੀਜੀਬਿਲਟੀ ਬਣਦੀ ਅਮਰੀਕਾ ਵਿੱਚ ਜਾਣ ਦੀ ਵੀ, ਕੈਨੇਡਾ ਵਿੱਚ ਜਾਣ ਦੀ ਜੀ। ਸੋ ਉਹ ਸਾਰੇ ਲੋਕ ਕੀ ਕਰ ਰਹੇ ਨੇ ਕਿ ਤੁਸੀਂ ਉਹ ਸਾਰੇ ਅਮਰੀਕਾ ਪਹੁੰਚ ਰਹੇ ਆ ਜੀ, ਔਰ ਉੱਥੋਂ ਫਿਰ ਦੁਬਾਰਾ ਕੈਨੇਡਾ ਦੇ ਵਿੱਚ ਵੜ ਰਹੇ ਆ। ਅੱਛਾ ਜੀ। ਔਰ ਉਹਦੇ ਵਿੱਚ ਜਿਹੜੀਆਂ ਲੋਕਲ ਟੈਕਸੀਆਂ ਨੇ ਉਹ ਸਭ ਤੋਂ ਵੱਧ ਰੋਲ ਪਲੇ ਕਰ ਰਹੀਆਂ ਨੇ, ਬਿਕੋਜ਼ ਅਗਰ ਤੁਸੀਂ ਬਾਏ 에ਅਰ ਜਾਂਦੇ ਹੋ ਜੀ, ਫਿਰ ਤੁਹਾਡਾ ਕੰਪਲਸਰੀ ਕੁਆਰੰਟੀਨ ਹੈ ਜਿਹੜਾ 3 ਦਿਨ ਵਾਲਾ, ਉਹ ਲਗਭਗ $2,000 ਦੇ ਕਰੀਬ। ਬਿਲਕੁਲ। ਔਰ ਅਗਰ ਤੁਸੀਂ ਰੋਡ ਟਰੈਵਲ ਕਰਦੇ ਹੋ, ਉਹਦੇ ਵਿੱਚ ਬਹੁਤ ਸਾਰੇ ਲੋਕੀ ਹੋਟਲ ਬੁੱਕ ਕਰਦੇ ਨੇ, ਜਾ ਕੇ ਰੀਫੰਡ ਵੀ ਲੈ ਲੈਂਦੇ ਆ। ਇਸ ਟਾਈਮ ਇੱਥੋਂ ਤੱਕ ਸੁਣਨ ਨੂੰ ਆਇਆ ਕਿ ਜਿਹੜੀਆਂ ਟੈਕਸੀਆਂ ਨੇ ਉਹਨਾਂ ਦੇ ਫੇਅਰ ਕਾਫੀ ਵਧੇ ਨੇ ਜੀ, ਔਰ ਉਹ ਬਹੁਤ ਜ਼ਿਆਦਾ ਬਿਜ਼ੀ ਹੋ ਗਈਆਂ। ਸੋ ਕਈ ਵਾਰੀ ਤੁਸੀਂ ਟੈਕਸੀ ਨੂੰ ਬੁੱਕ ਕਰਦੇ ਹੋ, ਅੱਜ ਮਤਲਬ ਮੈਂ ਅੱਜ ਜਾਣਾ, ਤੁਹਾਨੂੰ ਅਪਾਇੰਟਮੈਂਟ ਵੀ 3-4 ਦਿਨ ਬਾਅਦ ਦੀ ਮਿਲਦੀ ਹੈ ਜੀ। ਸੋ ਇਹਨੇ ਇੱਕ ਨਵਾਂ ਰੂਟ ਸ਼ੁਰੂ ਕਰਤਾ ਹੈ ਕਿ ਜਿਹੜੀਆਂ, ਔਰ ਕਈ ਟੈਕਸੀ ਸਰਵਿਸਿਜ਼ ਤੁਹਾਨੂੰ ਨਿਊਯਾਰਕ ਮਤਲਬ ਇੱਧਰੋਂ ਲਿਜਾਂਦੀਆਂ ਨੇ, ਬਾਰਡਰ ਤੇ ਛੱਡਦੀਆਂ ਨੇ, ਤੁਸੀਂ ਬਾਰਡਰ ਪੈਦਲ ਕ੍ਰਾਸ ਕਰਦੇ ਹੋ, ਉਸੇ ਕੰਪਨੀ ਦੀ ਦੂਸਰੀ ਟੈਕਸੀ ਉਹ ਕੈਨੇਡਾ ਦੇ ਦੂਸਰੇ ਬਾਰਡਰ ਤੋਂ ਚੱਕ ਕੇ ਤੁਹਾਨੂੰ ਆਪਣੇ ਡੈਸਟੀਨੇਸ਼ਨ ਦੇ ਉੱਪਰ ਛੱਡ ਦਿੰਦੀ ਹੈ ਜੀ। ਸੋ ਅਗੇਨ ਆਪ ਦਾ ਅਫਸਰ ਲੋਕੀ ਲੱਭ ਲੈਂਦੇ ਨੇ, ਕੋਈ ਨਾ ਕੋਈ ਅਪਰਚੂਨਿਟੀਜ਼ ਲੱਭ ਲੈਂਦੇ ਨੇ, ਕੋਈ ਨਾ ਕੋਈ ਟ੍ਰੇਡ ਦੇ ਜਿਹੜੇ ਸੀਕ੍ਰੇਟਸ ਨੇ, ਲੂਪ ਹੋਲਸ, ਉਹ ਲੱਭ ਲੈਂਦੇ ਨੇ। ਔਰ ਯੈਸ, ਇਹਨੇ ਟੈਕਸੀ ਬਿਜ਼ਨਸ ਨੂੰ ਉੱਥੇ ਕਾਫੀ ਫਾਇਦਾ ਦਿੱਤਾ, ਔਰ ਲੋਕਾਂ ਨੂੰ ਵੀ ਕਾਫੀ ਫਾਇਦਾ ਹੋ ਰਿਹਾ ਹੋਣਾ ਇਸ ਚੀਜ਼ ਨਾਲ, ਉਹਨਾਂ ਦੇ ਪੈਸੇ ਵੀ ਬਚ ਰਹੇ ਹੋਣੇ ਆ। ਹਾਂ, ਜਿਹੜਾ ਲਾਅ ਮੁਤਾਬਿਕ ਤੁਹਾਨੂੰ 3 ਰਾਤਾਂ ਤੇ ਰਹਿਣਾ ਹੀ ਰਹਿਣਾ ਸੀ ਉੱਥੇ, ਬਟ ਸੁਣਨ ਵਿੱਚ ਆਇਆ ਕਿ ਉੱਥੋਂ ਵੀ ਕਈ ਜਿਹੜੇ ਪੈਸੇਂਜਰ ਆ ਉਹ ਹੋਟਲ ਤੋਂ ਵੀ ਰੀਫੰਡ ਲੈ ਲੈਂਦੇ ਆ, ਕਿਉਂਕਿ ਤੁਸੀਂ ਉੱਥੇ ਜਾ ਕੇ ਟੈਸਟ ਕਰਾਉਂਦੇ ਹੋ, ਟੈਸਟ ਅਗਰ ਤੁਹਾਡਾ ਨੈਗੇਟਿਵ ਆਉਂਦਾ, ਉਹਦੀ ਰਿਪੋਰਟ ਤੁਹਾਨੂੰ ਪਹਿਲੇ ਦਿਨ ਮਿਲ ਗਈ ਤਾਂ ਦੂਸਰੇ ਦਿਨ ਉਹ ਕਹਿੰਦੇ ਕਿ ਮੈਨੂੰ ਹੁਣ ਹੋਟਲ 'ਚ ਕੁਆਰੰਟੀਨ ਕਰਨ ਦੀ ਲੋੜ ਨਹੀਂ, ਬਿਕੋਜ਼ ਮੇਰੀ ਰਿਪੋਰਟ ਨੈਗੇਟਿਵ ਆ। ਇਸ ਆਧਾਰ ਦੇ ਉੱਪਰ ਉਹ ਹੋਟਲ ਦਾ ਵੀ ਰੀਫੰਡ ਲੈ ਲੈਂਦੇ ਆ ਜੀ। ਬਿਲਕੁਲ। ਤੇ ਅਗਲੀ ਹੈ ਕਿ ਜਰਮਨੀ ਜਿਹੜੀ ਹੈ ਉਹ ਵੀਜ਼ੇ ਓਪਨ ਕਰਨ ਜਾ ਰਹੀ ਹੈ। ਕਿਹੜਾ ਵੀਜ਼ਾ ਓਪਨ ਕਰਨ ਜਾ ਰਹੀ ਹੈ? ਕੱਲ ਤੋਂ 1 ਜੂਨ 2021 ਤੋਂ ਜਰਮਨੀ ਓਪਨ ਹੋ ਰਿਹਾ। ਜਿਹੜਾ ਉਹਨਾਂ ਦਾ ਵੀਜ਼ਾ ਦਾ ਉਹ ਹੈਗਾ ਫੈਮਿਲੀ ਰੀਯੂਨੀਅਨ। ਓਕੇ। ਸੋ ਫੈਮਿਲੀ ਰੀਯੂਨੀਅਨ ਦੇ ਵਿੱਚ ਜਿੰਨੇ ਵੀ ਵਰਕਰ ਨੇ ਜਾਂ ਸਟੂਡੈਂਟਸ ਨੇ, ਜਿਹੜੇ ਉਹਨਾਂ ਦੇ ਸਾਥੀ ਹੈ, ਜਿਹੜੇ ਜਾਣਾ ਚਾਹੁੰਦੇ ਆ, ਸੋ ਉਹਨਾਂ ਦੀਆਂ ਕਈਆਂ ਦੀਆਂ ਅਪਾਇੰਟਮੈਂਟਸ ਹੋ ਚੁੱਕੀਆਂ ਸੀ ਜਦੋਂ ਇੱਕਦਮ ਸਭ ਦੀਆਂ ਅੰਬੈਸੀਜ਼ ਕੈਂਸਲ ਹੋਈਆਂ ਜੀ। ਸੋ ਆਪਾਂ ਲਾਸਟ ਐਪੀਸੋਡ 'ਚ ਵੀ ਗੱਲ ਕੀਤੀ ਸੀ ਕਿ ਤੁਸੀਂ ਵੇਖੋ ਹਫ਼ਤੇ ਬਾਅਦ ਤੁਹਾਨੂੰ ਇੱਕਦਮ ਚੀਜ਼ਾਂ ਪਹਿਲੀ ਤੋਂ ਸੁਣਨ ਨੂੰ ਮਿਲ ਜਾਣਗੀਆਂ। ਹਾਂਜੀ, ਬਿਲਕੁਲ। ਔਰ ਤੁਸੀਂ ਵੇਖ ਲਓ ਕਿ ਜਰਮਨੀ ਇੱਕਦਮ ਓਪਨ ਹੋ ਰਿਹਾ ਹੈ। ਹਾਂਜੀ। ਔਰ ਅਗਰ ਜਰਮਨੀ ਓਪਨ ਹੋ ਜਾਂਦਾ, ਜਿਹੜੀਆਂ ਦੂਸਰੀਆਂ ਕੈਟਾਗਰੀਜ਼ ਨੇ ਉਹ ਵੀ ਬਹੁਤ ਜਲਦੀ ਓਪਨ ਹੋ ਜਾਣਗੀਆਂ, ਬਿਕੋਜ਼ ਸ਼ੁਰੂ ਦੇ ਵਿੱਚ ਜਦੋਂ ਅਸੀਂ ਕਿਸੇ ਵੀ ਕੰਮ ਨੂੰ ਪੈਂਦੇ ਹਾਂ, ਅਸੀਂ ਲਿਮਟਿਡ ਅਪਾਇੰਟਮੈਂਟਸ ਆ, ਸੋ ਜਿਹੜੇ ਉਹਦੇ ਸਲੋਟਸ ਨੇ ਉਹ ਬਹੁਤ ਘੱਟ ਨੇ। ਸੋ ਉਹਦੇ ਵਿੱਚੋਂ ਵੀ ਇਹ ਦੱਸਿਆ ਜਾ ਰਿਹਾ ਕਿ ਉਹ ਰੈਗੂਲਰ ਤਰੀਕੇ ਨਾਲ ਨਹੀਂ ਹੋਣਗੀਆਂ, ਜਿਨ੍ਹਾਂ ਦੀਆਂ ਆਲਰੇਡੀ ਅਪਾਇੰਟਮੈਂਟਸ ਬੁੱਕ ਸੀਗੀਆਂ, ਸੋ ਉਹਨਾਂ ਨੂੰ ਵਾਪਸ ਦੁਬਾਰਾ ਅੰਬੈਸੀ ਰੀਸ਼ੈਡਿਊਲ ਕਰੇਗੀ। ਹਾਂ, ਉਸ ਤੋਂ ਬਾਅਦ ਉਹਨਾਂ ਨੇ ਇਹ ਵੀ ਕਿਹਾ ਕਿ ਇਹਦੇ 'ਚ ਜ਼ਰੂਰੀ ਨਹੀਂ ਆ ਕਿ ਤੁਹਾਨੂੰ ਅਸੀਂ ਅੱਜ ਹੀ ਟਾਈਮ ਦੱਸ ਦਈਏ ਕਿ ਕਦੋਂ ਦੀ ਅਪਾਇੰਟਮੈਂਟ ਮਿਲੇਗੀ ਜੀ, ਬਟ ਇਹ ਆ ਕਿ ਉਹਨਾਂ ਨੇ 1 ਜੂਨ ਤੋਂ ਅਗਰ ਖੁੱਲ੍ਹ ਰਹੀ ਹੈ ਅੰਬੈਸੀ, ਖੁੱਲ੍ਹ ਰਹੀ ਤਾਂ ਓਬਵੀਅਸਲੀ ਸਟਾਫ ਕੰਮ ਕਰਨਾ ਸ਼ੁਰੂ ਕਰ ਦੇਗਾ। ਔਰ ਜਿਸ ਤਰੀਕੇ ਨਾਲ ਪਹਿਲਾਂ ਰੈਗੂਲਰ ਅਪਾਇੰਟਮੈਂਟਸ ਦਿੰਦੇ ਰਹੇ ਆ,
ਉਸ ਤਰੀਕੇ ਦਿੰਦੇ ਰਹਿਣਗੇ। ਹਾਂ ਬਸ ਇਹੀ ਆ ਕਿ ਉਹਨਾਂ ਨੇ ਕੈਟਾਗਰੀ ਜਿਹੜੀ ਪਿਕ ਕੀਤੀ ਉਹ ਫੈਮਿਲੀ ਰੀਯੂਨੀਅਨ ਵਾਲੀ ਆ ਕਿ ਜਿਹੜੇ ਪਰਿਵਾਰਾਂ ਤੋਂ ਦੂਰ ਨੇ, ਸੋ ਸਭ ਤੋਂ ਪਹਿਲਾਂ ਉਹਨਾਂ ਦਾ ਸਮਾਧਾਨ ਕੀਤਾ ਜਾਂ ਉਹਨਾਂ ਦਾ ਹੱਲ ਕੀਤਾ ਜੀ। ਅਪਾਇੰਟਮੈਂਟ ਦੀ ਗੱਲ ਕੀਤੀ ਹੈ, ਜਦੋਂ ਕਰੋਨਾ ਤੋਂ ਪਹਿਲਾਂ ਦੀ ਗੱਲ ਕਰ ਰਹੀ ਹਾਂ, ਅਪਾਇੰਟਮੈਂਟ ਲੈਣ ਦੇ ਵਿੱਚ ਬੜੀ ਦਿੱਕਤ ਆਉਂਦੀ ਸੀ ਪੰਜਾਬੀਆਂ ਨੂੰ। ਕਈਆਂ ਨੂੰ ਦਿੱਲੀ ਅਪਾਇੰਟਮੈਂਟ ਮਿਲਦੀ ਸੀ, ਕਈਆਂ ਨੂੰ ਜਲੰਧਰ ਮਿਲਦੀ ਸੀ, ਵੱਖਰੀ ਜਗ੍ਹਾ ਮਿਲਦੀ ਸੀ, ਔਰ ਕਈਆਂ ਨੇ ਤਾਂ ਬਹੁਤ ਜ਼ਿਆਦਾ ਪੈਸਾ ਵੀ ਕਮਾਇਆ ਅਪਾਇੰਟਮੈਂਟ ਦੇਣ ਦੇ ਚੱਕਰ ਦੇ ਵਿੱਚ। ਹੁਣ ਜਦੋਂ ਸਾਰਾ ਕੁਝ ਨੋਰਮਲ ਹੋ ਜਾਂਦਾ ਲੱਗਦਾ ਹੈ, ਜਿੱਦਾਂ ਜਰਮਨੀ ਦੇ ਅਪਾਇੰਟਮੈਂਟ ਦੀ ਗੱਲ ਕਰਦੇ ਹਾਂ, ਕਿ ਆਰਾਮ ਦੇ ਨਾਲ ਅਪਾਇੰਟਮੈਂਟਸ ਮਿਲਣ ਲੱਗ ਜਾਣੀਆਂ ਕਿ ਪਹਿਲਾਂ ਵਾਲਾ ਹੀ ਹਾਲ ਫਿਰ ਸ਼ੁਰੂ ਹੋ ਜਾਣਾ? ਨਹੀਂ, ਤਕਰੀਬਨ ਦੇਖੋ ਜਿੰਨੇ ਵੀ ਇਹ ਡਿਮਾਂਡ ਐਂਡ ਸਪਲਾਈ ਦੀ ਖੇਡ ਆ। ਸੋ ਜਿੰਨੇ ਵੀ ਕਿ ਅਗਰ ਤੁਹਾਨੂੰ ਕੋਈ ਜਿੰਨੇ ਸਲੋਟਸ ਮਿਲਦੇ ਆ ਉਨੇ ਸਟੂਡੈਂਟਸ ਦੀ ਗਰੋਥ ਹੋ ਜਾਂਦੀ ਹੈ। ਸੋ ਯੈਸ, ਇੱਥੇ ਹਮੇਸ਼ਾ ਥੋੜੀ ਮਾਰ ਧਾੜ ਤੇ ਲੱਗੀ ਰਹਿਣੀ ਆ। ਕਾਰਨ ਉਹਦਾ ਸਭ ਤੋਂ ਵੱਡਾ ਇਹ ਆ ਕਿ ਜਿੰਨੀਆਂ ਯੂਰਪ ਦੀਆਂ ਅੰਬੈਸੀਜ਼ ਨੇ, ਇਹ ਅਮਰੀਕਾ, ਕੈਨੇਡਾ, ਇੰਗਲੈਂਡ ਜਿੱਡੀਆਂ ਵੱਡੀਆਂ ਅੰਬੈਸੀਜ਼ ਨਹੀਂ ਆ। ਸੋ ਅਮਰੀਕਾ ਦੀ ਕੈਪੇਬਿਲਿਟੀ ਆ ਕਿ ਉਹ ਇੱਕ ਦਿਨ ਦੇ ਵਿੱਚ 10,000 ਬੰਦਾ ਵੀ ਭੁਗਤਾ ਸਕਦਾ ਆ ਜੀ। ਸੋ ਅਮਰੀਕਾ ਦੀ ਜਿਹੜੀ ਤੁਸੀਂ ਵੇਖੋ ਕੌਂਸੂਲੇਟ ਦਾ ਸਾਈਜ਼, ਨੰਬਰ ਆਫ ਇੰਪਲੋਈਜ਼, ਜੋ ਤੁਸੀਂ ਅੰਦਰ ਵੀ ਜਾਂਦੇ ਹੋ 20-25 ਕਾਊਂਟਰ ਹੀ ਨੇ ਜਿਹੜੇ ਵੀਜ਼ਾ ਆਫਿਸਰਸ ਨੇ। ਬਿਲਕੁਲ। ਸੋ ਆਬਵੀਅਸਲੀ ਅਗਰ ਤੁਸੀਂ ਇਹਦਾ ਕੰਪੈਰੀਜ਼ਨ ਯੂਰਪ ਦੀਆਂ ਅੰਬੈਸੀਜ਼ ਨਾਲ ਕਰੋਗੇ, ਯੂਰਪ ਦੀਆਂ ਛੋਟੀਆਂ ਅੰਬੈਸੀਜ਼ ਆ। ਮੈਨੂੰ ਯਾਦ ਹੈ ਜਦੋਂ ਅਸੀਂ ਅਰਲੀ ਡੇਜ਼ ਵਿੱਚ ਕੰਮ ਕਰਦੇ ਹੁੰਦੇ ਸੀ, ਜਿੰਨੀਆਂ ਸ਼ੈਂਗਨ ਦੀਆਂ ਅੰਬੈਸੀਜ਼ ਆ, ਅੱਜ ਤੋਂ 15-20 ਸਾਲ ਪੁਰਾਣੀ ਗੱਲ ਕਰ ਰਹੇ ਹਾਂ। ਸੋ ਉਦੋਂ ਇੱਕ ਅੰਬੈਸੀ ਦੇ ਵਿੱਚ ਸਿਰਫ 5 ਐਪਲੀਕੇਸ਼ਨਸ ਲਈਆਂ ਜਾਂਦੀਆਂ ਸੀ ਪਰ ਡੇ। ਬਿਲਕੁਲ। ਸੋ ਸਾਨੂੰ ਕਹਿਣਾ ਕਿ ਅੱਜ ਦੀਆਂ ਅਪਾਇੰਟਮੈਂਟਸ 3 ਹੋ ਗਈਆਂ, 2 ਜਮ੍ਹਾਂ ਕਰਾਉਣੀਆਂ ਕਰਾ ਸਕਦੇ ਹੋ। ਸੋ ਇਹਨਾਂ ਦੀ ਵਰਕਿੰਗ ਤੇ ਥੋੜੀ ਬਹੁਤ ਜਦ ਤੱਕ ਇਹ ਸਟਾਫਿੰਗ ਨਹੀਂ ਕਰਦੇ, ਕਿਉਂਕਿ ਸਟੂਡੈਂਟਸ ਵਿੱਚ ਅਗਰੈਸਿਵ ਨੇ, ਸਟੂਡੈਂਟਸ ਲੈਣ ਨੂੰ ਅਗਰੈਸਿਵ ਨੇ ਜੀ। ਬਟ ਅੰਬੈਸੀ ਅਗਰ ਆਪਣਾ ਜਿਹੜਾ ਅਪਾਇੰਟਮੈਂਟਸ ਦਾ ਤਰੀਕਾ ਆ ਉਹ ਥੋੜਾ ਹੋਰ ਪਾਰਦਰਸ਼ੀ ਕਰਦੇ ਤਾਂ ਉਹਦੇ ਨਾਲ ਸਟੂਡੈਂਟਸ ਦਾ ਬਹੁਤ ਭਲਾ ਹੋਏਗਾ ਜੀ। ਔਰ ਮੈਨੂੰ ਨਹੀਂ ਲੱਗਦਾ ਕਿ ਇੱਕਦਮ ਅਪਾਇੰਟਮੈਂਟਸ ਦੇ ਵਿੱਚ ਸਟੂਡੈਂਟਸ ਦੀ ਜਿਹੜੀ ਲੁੱਟ ਖਸੁੱਟ ਹੋ ਰਹੀ ਆ ਉਹ ਕਿਤੇ ਬੰਦ ਹੋਏਗੀ। ਇਹ ਥੋੜੀ ਦੇਰ ਚੱਲੇਗੀ। ਉਸ ਤੋਂ ਬਾਅਦ ਅਗਰ ਅੰਬੈਸੀ ਨੂੰ ਅਸੀਂ ਆਪਣੇ ਵੱਲੋਂ ਅੰਬੈਸੀ ਨੂੰ ਰਿਪੋਰਟਿੰਗ ਵੀ ਕੀਤੀ ਇਹਨਾਂ ਚੀਜ਼ਾਂ ਦੀ ਜੀ, ਬਟ ਉਹਨਾਂ ਨੇ ਕਿਹਾ ਹੋਇਆ ਕਿ ਇਹ ਅਸੀਂ ਆਊਟਸੋਰਸ ਕੀਤਾ ਹੋਇਆ VFS ਨੂੰ। ਸੋ ਇਹ ਵੇਖਣਾ VFS ਦਾ ਕੰਮ ਆ ਕਿ ਕਿਹਨੂੰ ਅਪਾਇੰਟਮੈਂਟ ਦੇਣੀ, ਕਿਹਨੂੰ ਨਹੀਂ। ਸੋ ਅੰਬੈਸੀ ਨੇ ਇਸ ਤੋਂ ਪੱਲਾ ਝਾੜਿਆ ਹੋਇਆ ਜੀ। ਸੋ ਉਮੀਦ ਕਰਦੇ ਹਾਂ ਬਹੁਤ ਜਲਦੀ ਇਹ ਵੀ ਜਿੱਦਾਂ ਬਾਕੀ ਕੰਟਰੀਜ਼ ਦੀਆਂ, ਵੱਡੇ ਕੰਟਰੀਜ਼ ਦੀਆਂ ਚੰਗੀਆਂ ਅੰਬੈਸੀਜ਼ ਵਾਂਗੂ ਇਹ ਉੱਦਾਂ ਹੀ ਆਪਰੇਟ ਕਰਨਾ ਸ਼ੁਰੂ ਕਰ ਦੇਣ ਜੀ। ਅਮਰੀਕਾ ਦੀ ਹੋਰ ਕੀ ਅਪਡੇਟ ਆ ਰਹੀ ਹੈ? ਅਮਰੀਕਾ ਦੇ ਵਿੱਚ 7 ਤਰੀਕ ਨੂੰ 7 ਜੂਨ ਤੋਂ ਖੁੱਲ੍ਹ ਰਿਹਾ ਹੁਣ ਜਿਹੜੀ ਬੰਬੇ ਅੰਬੈਸੀ ਆ ਉਹ ਖੋਲ੍ਹਤੀ ਆ, ਔਰ ਉਹਦੇ ਵਿੱਚ ਇਮੀਗ੍ਰੈਂਟ ਕੇਸਿਸ ਅਗੇਨ ਪ੍ਰੋਸੈਸ ਕਰਨੇ ਸ਼ੁਰੂ ਕਰ ਦਿੱਤੇ ਆ। ਸੋ ਜਿਹੜੇ ਸਟੂਡੈਂਟ, ਜਿਹੜੇ ਵੀ ਐਪਲੀਕੈਂਟਸ ਦੇ ਜਿਹੜੇ ਕੇਸਿਸ ਰੁਕੇ ਹੋਏ ਆ, ਇਮੀਗ੍ਰੈਂਟ ਕੇਸਿਸ, ਉਹ ਤੁਸੀਂ ਵੇਖੋਗੇ ਉਹਨਾਂ ਨੂੰ ਹੁਣ ਅਪਾਇੰਟਮੈਂਟਸ ਰੀਸ਼ਡਿਊਲ ਹੋਣ ਲੱਗ ਪੈਣਗੀਆਂ। ਅਗਰ ਤੁਹਾਡੀਆਂ ਪਹਿਲਾਂ ਵੀ ਅਪਾਇੰਟਮੈਂਟਸ ਹੋ ਚੁੱਕੀਆਂ ਆ, ਤੁਸੀਂ ਅੰਬੈਸੀ ਨਾਲ ਕੋਆਰਡੀਨੇਟ ਕਰੋ, ਜਾਂ ਆਪਣੇ ਲੌਗਇਨ ਦੁਆਰਾ ਚੈੱਕ ਕਰੋ, ਜਾਂ ਆਪਣੀਆਂ ਈਮੇਲਸ ਦੁਆਰਾ ਚੈੱਕ ਕਰੋ ਜੀ। 7 ਜੂਨ ਤੋਂ ਅਮਰੀਕਾ ਪ੍ਰੋਸੈਸ ਕਰਨੇ ਸ਼ੁਰੂ ਕਰ ਦੇਣ ਲੱਗਾ ਜਿਹੜੇ ਇਮੀਗ੍ਰੈਂਟ ਕੇਸਿਸ ਆ ਜੀ। ਔਰ ਜਿੱਦਾਂ ਮੈਂ ਦੱਸਿਆ ਕਿ ਅਮਰੀਕਾ ਦੀ ਜਿਹੜੀ ਪ੍ਰੋਸੈਸਿੰਗ ਦੀ ਕੈਪੇਬਿਲਿਟੀ ਆ ਉਹ ਬਹੁਤ ਵੱਡੀ ਆ ਜੀ। ਸੋ ਇਹ ਸ਼ੁਰੂ ਕਰ ਦੇਣਗੇ। ਤੁਸੀਂ ਵੇਖੋ ਰਾਤੋਂ ਰਾਤ US ਨੇ ਸਭ ਜਿਹੜੀਆਂ ਚੀਜ਼ਾਂ ਨਾਰਮਲ ਹੋ ਜਾਣੀਆਂ। ਔਰ ਅਗਰ ਮੈਂ ਕੱਲ੍ਹ ਦੀ ਅਖਬਾਰ ਦੀ ਗੱਲ ਕਰਾਂ ਤੇ ਉੱਤੇ ਬਿਲਕੁਲ ਹੀ US ਨੂੰ ਨਾਰਮਲ ਦਿਖਾਇਆ ਸੀ। ਬਹੁਤ ਸਾਰੀ ਭੀੜ ਸੀ, ਮਾਸਕ ਲੱਥੇ ਹੋਏ ਸੀ, ਔਰ ਇਹ ਕਹਿਤਾ ਕਿ ਸਾਡੀ ਵੈਕਸੀਨੇਸ਼ਨ ਡਰਾਈਵ ਆਲਮੋਸਟ ਪੂਰੀ ਹੈ, ਸੋ ਸਾਨੂੰ ਮਾਸਕਾਂ ਦੀ ਲੋੜ ਨਹੀਂ ਹੈਗੀ। ਔਰ ਵੈਸੇ ਵੀ US ਨੇ ਬਹੁਤ ਤਗੜੇ ਕੋਈ ਪ੍ਰੋਟੋਕਾਲ ਕਦੀ ਰੱਖੇ ਨਹੀਂ ਆ ਕਦੀ ਵੀ ਐਂਟਰੀ ਨੂੰ ਲੈ ਕੇ। ਪਰ ਆਪਾਂ ਹੁਣ ਵੀ ਗੱਲ ਕਰ ਰਹੇ ਹਾਂ ਕਿ ਜਿਨ੍ਹਾਂ ਨੇ ਕੈਨੇਡਾ ਵੀ ਵੜਨਾ ਹੈ ਉਹ ਵੀ ਅਮਰੀਕਾ ਥਾਣੀ ਵੜਦੇ ਆ ਜੀ। ਬਿਲਕੁਲ। ਸੋ ਬਹੁਤ ਜਲਦੀ ਜਿਹੜੇ US ਆ ਇਹਦੇ ਉੱਪਰ ਛੋਟੀਆਂ ਚੀਜ਼ਾਂ ਦਾ ਫਰਕ ਨਹੀਂ ਪੈਂਦਾ। ਸੋ US ਇਜ਼ ਅ ਹਿਊਜ ਕੰਟਰੀ, ਬਹੁਤ ਵੱਡਾ ਮੁਲਕ ਆ। ਸੋ ਤੁਸੀਂ ਵੇਖੋਗੇ US ਨੇ ਬਹੁਤ ਕੁਇਕਲੀ ਰਿਜ਼ਿਊਮ ਕਰ ਲੈਣੀਆਂ ਸਰਵਿਸਿਜ਼, ਔਰ ਇਸੇ ਮਹੀਨੇ ਦੇ ਵਿੱਚ ਤੁਸੀਂ ਵੇਖੋਗੇ ਕਿ ਜਿਹੜੀਆਂ ਇਹਨਾਂ ਨੇ ਆਪਣੀਆਂ ਸਟੂਡੈਂਟਸ ਦੀਆਂ ਅਪਾਇੰਟਮੈਂਟਸ ਉਹ ਵੀ ਬੁੱਕ ਕਰਨੀਆਂ ਸ਼ੁਰੂ ਕਰ ਦੇਣਗੇ ਜੀ। ਬਿਕੋਜ਼ ਬਾਈਡਨ ਗਵਰਨਮੈਂਟ ਨੇ ਕਿਹਾ ਕਿ ਉਹ ਅਗਸਤ ਦੇ ਵਿੱਚ ਸਟੂਡੈਂਟਸ ਲਈ ਰੈਡੀ ਨੇ ਜੀ। ਸੋ ਅਗਰ ਅਗਸਤ ਵਿੱਚ ਸਟੂਡੈਂਟਸ ਲਈ ਰੈਡੀ ਨੇ, ਇਹਦਾ ਮਤਲਬ ਸਿੱਧਾ ਇਹੀ ਹੈ ਕਿ ਉਹਨਾਂ ਨੂੰ ਪ੍ਰੋਸੈਸ ਕਰਨ ਲਈ ਅੰਬੈਸੀਆਂ ਖੁੱਲਣਗੀਆਂ, ਅਪਾਇੰਟਮੈਂਟਸ ਦੇਣਗੀਆਂ, ਸਟੂਡੈਂਟ ਵੀਜ਼ਾ ਪ੍ਰੋਸੈਸ ਕਰਨਗੀਆਂ ਤੇ ਤਾਂ ਹੀ ਇਹ ਯੂਨੀਵਰਸਿਟੀ ਦੀ ਰਫ਼ਤਾਰ ਚੱਲੇਗੀ ਜੀ। ਔਰ ਸਾਰਿਆਂ ਦੇ ਲਈ ਕਰੋਨਾ ਪਾਸਪੋਰਟ ਵੀ ਲਾਜ਼ਮੀ ਹੋ ਜਾਏਗਾ। ਇਹ ਖੈਰ ਇਹ ਡਿਬੇਟੇਬਲ ਆ ਹਾਲੇ, ਬਿਕੋਜ਼ ਇਹਦੇ ਉੱਪਰ ਬਹੁਤ ਸਾਰੇ ਤਰਕ ਵਿਤਰਕ ਚੱਲਦੇ ਨੇ ਜੀ। ਇੱਕ ਗੱਲ ਪੱਕੀ ਆ ਕਿ ਕਰੋਨਾ ਦੇ ਪ੍ਰੋਟੋਕਾਲ ਜ਼ਰੂਰ ਚੱਲਦੇ ਰਹਿਣਗੇ। ਹਾਂ, ਬਿਕੋਜ਼ ਅੱਗੇ ਪਿੱਛੇ ਜੇ ਕੁਝ ਕੰਟਰੀਜ਼ ਨੇ ਜਿਹੜੇ ਕਰੋਨਾ ਜਿਹਨੂੰ ਅਸੀਂ ਪਾਸਪੋਰਟ ਕਹਿ ਰਹੇ ਹੋ, ਇਹ ਜਾਰੀ ਕਰਨ ਦੀ ਗੱਲ ਸ਼ੁਰੂ ਕੀਤੀ ਤੇ ਉਹ ਮੁਜ਼ਾਹਰੇ ਹੋਏ ਉਹਨਾਂ ਦੇ ਮੁਲਕਾਂ ਦੇ ਵਿੱਚ। ਸੋ ਮੈਨੂੰ ਨਹੀਂ ਲੱਗਦਾ ਕਿ ਇਹ ਏਡੀ ਜਲਦੀ ਕੁਝ ਹੋਏਗਾ। ਹਾਂ, ਵੈਕਸੀਨੇਸ਼ਨ ਜ਼ਰੂਰ, ਉਹਦੀ ਸਰਟੀਫਿਕੇਸ਼ਨ ਜ਼ਰੂਰ, ਔਰ ਇਹ ਬਿਕੋਜ਼ ਵੈਕਸੀਨੇਸ਼ਨ ਤੋਂ ਬਿਨਾਂ ਟਰੈਵਲ ਕਰਨਾ ਪੋਸੀਬਲ ਨਹੀਂ ਹੋਏਗਾ। ਗੱਲ ਆਪਾਂ ਪਿਛਲੀ ਵਾਰੀ ਵੀ ਕੀਤੀ ਸੀ, ਤੇ ਪਿਛਲੀ ਵਾਰੀ ਆਪਾਂ ਇੱਕ ਹੋਰ ਗੱਲ ਕੀਤੀ ਸੀ ਆਸਟ੍ਰੇਲੀਆ ਦੀ, ਕਿ ਆਸਟ੍ਰੇਲੀਆ ਕਦੇ ਯੈਸ ਕਰ ਦਿੰਦਾ ਟਰੈਵਲਿੰਗ ਨੂੰ, ਕਦੇ ਨੋ ਕਰ ਦਿੰਦਾ। ਹੁਣ
ਅੱਜ ਹੀ ਬੈਠੇ ਆਪਾਂ ਦੁਬਾਰਾ ਤੇ ਹੁਣ ਕੀ ਅਪਡੇਟ ਆਈ ਹੈ? ਹੁਣ ਫਿਰ ਛੋਟੀ ਜੀ ਯੈਸ ਹੋਈ ਆ। ਠੀਕ ਹੈ। ਯੈਸ, ਲਾਈਕ ਸਾਊਥ ਆਸਟ੍ਰੇਲੀਆ ਨੇ ਹੁਣੇ ਅਨਾਉਂਸ ਕੀਤਾ ਕਿ ਉਹਨਾਂ ਨੇ ਇੱਕ ਉਹਨਾਂ ਦਾ ਟ੍ਰੇਨਿੰਗ ਸਕੂਲ ਹੈ ਉਹਨੂੰ ਕੁਆਰੰਟਾਈਨ ਲਈ ਯੂਜ਼ ਕਰਨਗੇ ਜੀ। ਔਰ ਜਦੋਂ ਇਹਦਾ ਹੋਇਆ ਕਿ ਜਿਹੜੇ ਇੰਟਰਨੈਸ਼ਨਲ ਸਟੂਡੈਂਟਸ ਆਉਣਗੇ ਵਾਪਸ ਆਉਣਗੇ, ਸੋ ਇਹ ਸ਼ਾਇਦ ਇਹ ਰਿਟਰਨਿੰਗ ਸਟੂਡੈਂਟਸ ਲਈ ਜਾਂ ਆਸਟ੍ਰੇਲੀਅਨਸ ਲਈ ਵਾਪਸੀ ਦਾ ਰਾਹ ਪੱਧਰਾ ਕੀਤਾ ਉਹਨਾਂ ਨੇ ਕਿ ਹੁਣ ਜਿਹੜੇ ਆਉਣਗੇ ਉਹਨਾਂ ਨੂੰ ਕੁਆਰੰਟਾਈਨ ਲਈ ਜਿਹੜੀਆਂ ਫੈਸਿਲਿਟੀਜ਼ ਉਹ ਗਰੋ ਕਰਨ ਲੱਗ ਪਏ ਉਹ। ਸੋ ਇਹ ਤੋਂ ਉਮੀਦ ਲਾਈ ਜਾ ਰਹੀ ਹੈ ਕਿ ਯੈਸ ਬਹੁਤ ਜਲਦੀ ਤੁਹਾਨੂੰ ਹੁਣ ਸੁਣਨ ਨੂੰ ਮਿਲੂਗਾ ਕਿ ਬਿਕੋਜ਼ ਉਹ ਇਹਨੂੰ ਓਪਨ ਕਰ ਦੇਣਗੇ, ਕਿਉਂਕਿ ਆਸਟ੍ਰੇਲੀਆ ਨੇ ਜਿਹੜਾ ਪਿਛਲਾ ਇੱਕ ਲਾਅ ਬਣਾਇਆ ਸੀ ਕਿ ਇੰਡੀਅਨ ਕੋਈ ਵੀ ਜਾਂ ਇੰਡੀਆ ਤੋਂ ਕੋਈ ਵੀ ਚਾਹੇ ਆਸਟ੍ਰੇਲੀਅਨ ਪਾਸਪੋਰਟ ਹੋਲਡਰ ਹੀ ਹੈ ਜੀ, ਉਹ ਅਗਰ ਆਸਟ੍ਰੇਲੀਆ 'ਚ ਦਾਖਲ ਹੋਊਗਾ ਤਾਂ ਉਹਨੂੰ 5 ਸਾਲ ਦੀ ਕੈਦ ਹੋਊਗੀ। ਬਿਲਕੁਲ। ਸੋ ਇਹ ਉਹਨਾਂ ਨੂੰ ਲਗਭਗ 2 ਹਫ਼ਤਿਆਂ ਬਾਅਦ ਇਹ ਵਾਪਸ ਲੈਣਾ ਪਿਆ, ਕਿਉਂਕਿ ਇਹ ਕਿਤੇ ਨਾ ਕਿਤੇ ਲੱਗ ਰਿਹਾ ਸੀਗਾ ਕਿ ਮਨੁੱਖੀ ਅਧਿਕਾਰਾਂ ਦਾ ਉਲੰਘਣ, ਕਿ ਤੁਸੀਂ ਜਿਹੜੇ ਲੋਕ ਮਾਲਕ ਨੇ, ਜਿਹੜੇ ਲੋਕ ਇਸ ਥਾਂ ਦੇ ਬਸ਼ਿੰਦੇ ਨੇ, ਜਿਹੜੇ ਲੋਕ ਸਿਟੀਜ਼ਨਸ ਨੇ, ਤੁਸੀਂ ਉਹਨਾਂ ਲਈ ਇੰਨਾ ਰੂਡ ਨਹੀਂ ਹੋ ਸਕਦੇ ਜਾਂ ਤੁਸੀਂ ਉਹਨਾਂ ਨੂੰ ਬਾਹਰ ਮਰਨ ਲਈ ਨਹੀਂ ਛੱਡ ਸਕਦੇ ਅਗਰ ਕਿਤੇ ਬਾਹਰ ਇੱਦਾਂ ਦਾ ਮਾਹੌਲ ਹੈ ਵੀ ਆ। ਸੋ ਓਬਵੀਅਸਲੀ ਬਹੁਤ ਸਾਰੇ ਜਿਹੜੇ ਇੰਡੀਅਨ ਆਸਟ੍ਰੇਲੀਅਨ ਓਰੀਜਨ ਦੇ ਲੋਕ ਆ, ਸੋ ਇੰਡੀਅਨ ਓਰੀਜਨ ਦੇ ਲੋਕ ਆਸਟ੍ਰੇਲੀਆ 'ਚ ਜਿਹੜੇ ਰਹਿੰਦੇ ਨੇ ਪੱਕੇ ਤੌਰ 'ਤੇ ਰਹਿੰਦੇ ਆ, ਸੋ ਉਹਨਾਂ ਲਈ ਬੜਾ ਔਖਾ ਸੀਗਾ ਇਹ, ਕਿਉਂਕਿ ਉਹਨਾਂ ਨੂੰ ਲੱਗਦਾ ਸੀ ਕਿ ਸ਼ਾਇਦ ਸਰਕਾਰ ਨੇ ਸਾਨੂੰ ਸਾਡੇ ਹਾਲ 'ਤੇ ਛੱਡਤਾ ਜਾਂ ਸਾਨੂੰ ਮਰਨ ਲਈ ਛੱਡਤਾ। ਸੋ ਉਮੀਦ ਕਰਦੇ ਹਾਂ ਕਿ ਹੁਣ ਜਿੱਦਾਂ ਦਾ ਹੁਣ ਮਾਹੌਲ ਬਣਿਆ ਆ, ਆਸਟ੍ਰੇਲੀਅਨ ਗੌਰਮੈਂਟ ਨੇ ਸਭ ਤੋਂ ਪਹਿਲਾਂ ਜਿਹੜਾ ਪ੍ਰੋਟੋਕਾਲ ਜਿਹੜਾ ਉਹਨਾਂ ਨੇ ਸ਼ੁਰੂ ਕੀਤਾ ਸੀ ਜਾਂ ਜਿਹੜਾ ਉਹਨਾਂ ਨੇ ਵਰਡਿਕਟ ਦਿੱਤਾ ਸੀ 5 ਸਾਲ ਦੀ ਕੈਦ ਵਾਲਾ, ਉਹ ਵਾਪਸ ਲੈ ਲਿਆ ਜੀ। ਔਰ ਉਹਦੇ ਨਾਲ ਹੁਣ ਕੁਆਰੰਟੀਨ ਫੈਸਿਲਿਟੀਜ਼ ਗਰੋ ਕਰਨ ਲੱਗ ਗਏ। ਸੋ ਇਹ ਤਾਂ ਬਹੁਤ ਚੰਗੀ ਖਬਰ ਬਹੁਤ ਜਲਦੀ ਤੁਹਾਨੂੰ ਸੁਣਨ ਨੂੰ ਮਿਲੇਗੀ। ਹਾਲਾਂਕਿ ਅਨਾਉਂਸ ਅਫੀਸ਼ੀਅਲੀ ਹੋਣਾ ਬਾਕੀ ਹੈ, ਪਰ ਬਹੁਤ ਜਲਦੀ ਤੁਹਾਨੂੰ ਹਫ਼ਤੇ 2 ਹਫ਼ਤੇ ਦੇ ਵਿੱਚ ਹੀ ਇੱਕ ਖਬਰ ਸੁਣਨ ਨੂੰ ਮਿਲੇਗੀ ਕਿ ਆਸਟ੍ਰੇਲੀਆ ਹੁਣ ਵੈਲਕਮ ਕਰੇਗਾ ਜਿਹੜੇ ਉਹਨਾਂ ਦੇ ਬਾਹਰ ਰਿਟਰਨਿੰਗ ਸਟੂਡੈਂਟਸ ਨੇ ਜਾਂ ਜਿਹੜੇ ਆਸਟ੍ਰੇਲੀਅਨ ਸਿਟੀਜ਼ਨਸ ਨੇ। ਸੋ ਉਹਨਾਂ ਨੂੰ ਇਹੀ ਆ ਕਿ ਜਿਹੜਾ ਪ੍ਰੋਟੋਕਾਲ ਕੁਆਰੰਟੀਨ ਦਾ ਉਹ ਬਹੁਤ ਸਖਤ ਇਹਨਾਂ ਨੇ ਰੱਖਿਆ ਹੋਇਆ। ਉਹ ਆਸਟ੍ਰੇਲੀਆ ਨੇ ਪਹਿਲੇ ਦਿਨ ਤੋਂ ਹੀ ਫਰੋਮ ਡੇ 1 ਉਹਨਾਂ ਨੇ ਕੰਪਲਸਰੀ ਕੁਆਰੰਟਾਈਨ ਕੀਤਾ ਹੋਇਆ ਜੀ। ਜਦੋਂ ਹੁਣ ਆਪਾਂ ਕੈਨੇਡਾ ਦੀ ਗੱਲ ਕਰ ਰਹੇ ਹਾਂ, ਕੈਨੇਡਾ ਤੁਸੀਂ 3 ਰਾਤਾਂ ਰੁਕੋ, ਬਟ ਉਹਦੇ ਵਿੱਚ ਵੀ ਲੋਕਾਂ ਨੇ ਰਸਤਾ ਲੱਭ ਲਿਆ ਕਿ ਮੈਂ 1 ਰਾਤ ਦੇ ਪੈਸੇ ਦਿੱਤੇ 2 ਦੇ ਬਚਾ ਲਏ। ਸੋ ਇੱਥੇ ਇਹ ਚੀਜ਼ ਪੋਸੀਬਲ ਨਹੀਂ ਹੈ। ਸੋ ਆਸਟ੍ਰੇਲੀਆ ਦੇ ਵਿੱਚ ਅਗਰ ਕੋਈ ਵੀ ਐਂਟਰ ਹੋਏਗਾ ਉਹਦੇ ਕੋਲ ਜਿਹੜਾ ਕੁਆਰੰਟੀਨ ਦਾ ਪ੍ਰੋਟੋਕਾਲ ਬਹੁਤ ਜ਼ਬਰਦਸਤ ਆ ਕਿ ਉਹਨੂੰ 14 ਦਿਨ ਤੇ ਕੱਟਣੇ ਹੀ ਪੈਣਗੇ। ਉਹਨੂੰ ਹੋਟਲ ਕਹਿ ਲਓ, ਜੇਲ੍ਹ ਕਹਿ ਲਓ, ਕੁਆਰੰਟੀਨ ਕਹਿ ਲਓ ਜਾਂ ਜੋ ਮਰਜ਼ੀ ਕਹਿ ਲਓ, ਬਟ ਇਸ ਤੋਂ ਬਿਨਾਂ ਕੁਛ ਨਹੀਂ ਹੋਏਗਾ। ਹਾਂ, ਆਸਟ੍ਰੇਲੀਆ ਨੇ ਇਹ ਅਪਰੂਵਲ ਦੇ ਦਿੱਤਾ ਕਿ ਅਪਰੂਵਲ ਦੇ ਦੇਗਾ ਬਹੁਤ ਜਲਦੀ ਕਿ ਜਿਨ੍ਹਾਂ ਨੇ ਆਉਣਾ ਆ ਉਹ ਆ ਸਕਦੇ ਆ ਜੀ। ਸੋ ਦੇਖੋ ਬਹੁਤ ਜਲਦੀ ਤੁਹਾਨੂੰ ਸੁਣਨ ਨੂੰ ਮਿਲੇਗਾ ਵੀ ਜੀ। ਥਾਈਲੈਂਡ ਦਾ ਵੀ ਕੁਝ ਸੁਣਨ ਨੂੰ ਮਿਲ ਰਿਹਾ ਹੈ ਕਿ ਉਹਨਾਂ ਨੇ ਵੀ ਕਿਸੇ ਚੀਜ਼ ਨੂੰ ਯੈਸ ਕੀਤੀ ਹੈ। ਨਹੀਂ, ਥਾਈਲੈਂਡ ਨੇ ਬੇਸਿਕਲੀ ਨੋ ਕੀਤੀ ਹੈ ਬਿਕਾਜ਼ ਯੈਸ ਥਾਈਲੈਂਡ ਨੇ ਕੀ ਕੀਤਾ, ਥਾਈਲੈਂਡ ਨੇ ਬਿਕਾਜ਼ ਇੰਡੀਅਨਸ ਨੂੰ ਵੀਜ਼ਾ ਔਨ ਅਰਾਈਵਲ ਸੀਗਾ, ਇਕੱਲੇ ਇੰਡੀਅਨਸ ਨੂੰ ਨਹੀਂ ਬਹੁਤ ਸਾਰੇ ਕੰਟਰੀਜ਼ ਨੂੰ ਵੀਜ਼ਾ ਔਨ ਅਰਾਈਵਲ ਸੀਗਾ। ਥਾਈਲੈਂਡ ਨੇ ਉਹ ਕੈਂਸਲ ਕਰਤਾ ਟਿਲ ਫਰਦਰ ਆਰਡਰਸ। ਸੋ ਜਿਹੜਾ ਸਾਡੇ ਕੋਲ ਵੀਜ਼ਾ ਔਨ ਅਰਾਈਵਲ ਕਿ ਤੁਸੀਂ ਇਕੱਲੀ ਟਿਕਟ ਲੈ ਕੇ ਥਾਈਲੈਂਡ ਜਾ ਸਕਦੇ ਹੋ, ਉਹ ਫਿਲਹਾਲ ਨਹੀਂ ਹੈਗੀ। ਸੋ ਅਗਰ ਕਿਸੇ ਨੇ ਜਾਣਾ ਥਾਈਲੈਂਡ ਤੇ ਉਹਨੂੰ ਪ੍ਰੋਪਰ ਰੈਗੂਲਰ ਵੀਜ਼ਾ ਅਪਲਾਈ ਕਰਨਾ ਪਏਗਾ ਅੰਬੈਸੀ ਦੇ ਵਿੱਚ, ਬਿਕਾਜ਼ ਅੰਬੈਸੀ ਹੈਗੀ ਇੱਥੇ ਆਪਰੇਟ ਕਰ ਰਹੀ ਹੈ ਨਿਊ ਦਿੱਲੀ। ਸੋ ਸਾਡੇ ਲੋਕਾਂ ਨੂੰ ਤਾਂ ਭੁੱਲਿਆ ਹੋਇਆ ਸੀ ਕਿ ਥਾਈਲੈਂਡ ਨੂੰ ਵੀਜ਼ਾ ਵੀ ਚਾਹੀਦਾ, ਬਿਕਾਜ਼ ਜਦੋਂ ਮਰਜ਼ੀ ਟਿਕਟ ਲਓ, ਚੜ੍ਹ ਦਿਓ ਤੇ ਜਾਓ, ਮਜ਼ਾ ਕਰੋ। ਬਿਲਕੁਲ ਬਿਲਕੁਲ, ਬਿਕਾਜ਼ ਸਾਡਾ ਗੋਆ ਤੋਂ ਸਸਤਾ ਥਾਈਲੈਂਡ ਪੈਂਦਾ ਹੈ। ਸੋ ਜਿੰਨਾ ਏਅਰ ਫੇਅਰ ਸਾਨੂੰ ਇੱਧਰ ਪੈਂਦਾ, ਜਿੰਨੀ ਕੋਸਟ ਇਹਦੀ ਪੈਂਦੀ, ਉਸ ਤੋਂ ਸਸਤਾ ਥਾਈਲੈਂਡ ਪੈਂਦਾ ਸੀ। ਬਿਲਕੁਲ। ਸੋ ਪੰਜਾਬੀਆਂ ਦਾ ਤਾਂ ਫੇਵਰਟ ਡੈਸਟੀਨੇਸ਼ਨ ਰਿਹਾ। ਔਰ ਇਸ ਤੋਂ ਪਹਿਲਾਂ ਤੇ ਸਾਰੇ ਸਮਾਨ ਉੱਥੋਂ ਲਿਆ ਕੇ ਵੇਚਦੇ ਰਹੇ ਆ। ਤੁਸੀਂ ਅਗਰ ਗੱਲ ਕਰੋ ਕਿ ਜਦੋਂ ਸਾਡੀ ਆ ਇਕੋਨਮੀ ਓਪਨ ਅਪ ਨਹੀਂ ਹੋਈ ਸੀ 95 ਤੋਂ ਪਹਿਲਾਂ, ਤਾਂ ਉਦੋਂ ਇਹਨਾਂ ਨੂੰ ਕੈਰੀਅਰ ਬੋਲਦੇ ਹੁੰਦੇ ਸੀ ਜੀ। ਸੋ ਕੈਰੀਅਰਸ ਕੀ ਕਰਦੇ ਸੀ ਕਿ ਇੱਥੋਂ ਜੋ ਇੰਡੀਆ ਦਾ ਸਮਾਨ ਹੈ ਉੱਥੇ ਲੈ ਕੇ ਜਾਂਦੇ ਸੀ ਤੇ ਉੱਥੋਂ ਦਾ ਸਮਾਨ ਇੱਥੇ ਭਰ ਕੇ ਲਿਆਉਂਦੇ ਸੀ। ਹਾਲੇ ਵੀ ਤੁਸੀਂ ਕਿਤੇ ਥਾਈਲੈਂਡ ਦੀ ਫਲਾਈਟ 'ਚ ਵੇਖੋਗੇ ਤਾਂ ਤੁਹਾਨੂੰ ਬਹੁਤ ਸਾਰੀਆਂ LEDs ਮਿਲਣਗੀਆਂ, ਬਿਕਾਜ਼ LED ਐਸੀ ਪ੍ਰੋਡਕਟ ਹੈ ਕਿ ਜਿਹੜੀਆਂ ਉੱਧਰ ਹਾਲੇ ਵੀ ਸਸਤੀਆਂ ਨੇ ਤੇ ਇੰਡੀਆ 'ਚ ਮਹਿੰਗੀਆਂ ਨੇ। ਸੋ ਸ਼ਾਇਦ ਤੁਹਾਨੂੰ ਚੈੱਕ ਕਰਨਾ ਪਊਗਾ ਕਿ ਤੁਹਾਡੇ ਘਰ TV ਜਿਹੜਾ ਲੱਗਾ ਉਹ ਇੱਥੋਂ ਲਿਆ ਹੋਇਆ ਕਿ ਸ਼ਾਇਦ ਬਾਹਰੋਂ ਲਿਆ ਹੋਇਆ। ਬਹੁਤ ਸਾਰੀਆਂ ਕੰਟਰੀਜ਼ ਦੇ ਵਿੱਚ ਇੱਦਾਂ ਹੀ ਹੋ ਰਿਹਾ, ਕੋਈ ਕੰਟਰੀ ਯੈਸ ਕਰ ਰਹੀ ਹੈ, ਕੋਈ ਨੋ ਕਰ ਰਹੀ ਹੈ। ਕਸ਼ਮਕਸ਼ ਹਲੇ ਚੱਲ ਰਹੀ ਹੈ ਨਾ। ਆਪਾਂ ਗੱਲ ਕੀਤੀ ਸੀ ਕਿ ਮਹੀਨੇ ਬਾਅਦ ਰਿਜ਼ਲਟ ਆਉਣ ਲੱਗ ਜਾਣਗੇ, 1 ਜੂਨ ਤੋਂ ਦੇਖਣ ਨੂੰ ਮਿਲ ਜਾਣਗੇ। ਕਿ ਇੰਨੀ ਕਸ਼ਮਕਸ਼ ਦੇ ਵਿੱਚ ਜਿਹੜੇ ਸਟੂਡੈਂਟਸ ਨੇ ਉਹਨਾਂ ਨੂੰ ਪੈਸਾ ਲਾਉਣਾ ਉਹਨਾਂ ਦੇ ਲਈ ਠੀਕ ਰਹੇਗਾ, ਜਾਂ ਜਿਹੜੇ ਟਰੈਵਲ ਕਰਨਾ ਚਾਹੁੰਦੇ ਨੇ ਉਹ ਪੈਸਾ ਖਰਚ ਲੈਣ ਆਪਣਾ? ਸਿੱਧੇ ਪੰਜਾਬੀ ਭਾਸ਼ਾ 'ਚ ਗੱਲ ਕਰੀਏ, ਇਹਦੇ 'ਚ ਕੋਈ ਦੂਸਰੀ ਰਾਏ ਨਹੀਂ ਹੈਗੀ, ਕਿਉਂਕਿ ਜਿਹੜਾ ਸਾਡਾ ਬਾਹਰ ਜਾਣ ਦਾ ਮਸਲਾ ਆ ਉਹ ਸਾਡਾ ਐਜੂਕੇਸ਼ਨ ਦੇ ਨਾਲ ਨਾਲ ਰੁਜ਼ਗਾਰ ਵੀ ਆ। ਸੋ ਰੁਜ਼ਗਾਰ ਤੁਹਾਨੂੰ ਹਮੇਸ਼ਾ ਸਟਰਗਲ ਕਰਦੇ ਰਹਿਣਾ ਪੈਂਦਾ। ਤੁਸੀਂ ਸੁਣਿਆ ਆ ਕਿ ਉਹ ਇੱਕ ਸਟੋਰੀ ਸ਼ਾਇਦ ਤੁਸੀਂ ਕਿਤੇ ਸੁਣੀ ਹੋਵੇ ਕਿ ਕੋਈ ਮਛੇਰਾ ਜਾਂਦਾ ਆ, ਉਹਦਾ ਕਿਸੇ ਦੀ ਡੈਥ ਹੋ ਜਾਂਦੀ ਸਮੁੰਦਰ 'ਚ ਡੁੱਬ ਕੇ, ਅਤੇ ਉਹ ਗਾਂਹ ਪਰਿਵਾਰ ਕਹਿੰਦਾ ਕਿ ਨਹੀਂ ਜੀ ਤੁਹਾਨੂੰ ਦੂਸਰਾ ਪਰਿਵਾਰ ਕਹਿੰਦੇ ਤੁਹਾਨੂੰ ਇਹ ਕੰਮ ਛੱਡ ਦੇਣਾ ਚਾਹੀਦਾ ਬਿਕੋਜ਼ ਇਹ ਰਿਸਕੀ ਆ।
ਉਹ ਕਹਿੰਦਾ ਮੇਰਾ ਬਾਪ ਵੀ ਇੱਥੇ ਗਿਆ ਸੀ, ਮੇਰਾ ਦਾਦਾ ਵੀ ਇੱਥੇ ਗਿਆ ਸੀ, ਉਹਦਾ ਪੜਦਾਦਾ, ਉਹ ਵੀ ਸਭ ਇਸੇ ਤਰੀਕੇ ਨਾਲ ਗਏ ਸੀ, ਪਰ ਕਿਉਂਕਿ ਰੁਜ਼ਗਾਰ ਆ, ਅਗਰ ਉਹ ਜੋਖਮ ਵੀ ਹੈ ਤਾਂ ਵੀ ਲਿਆ ਹੀ ਜਾਂਦਾ। ਸੋ ਸਟੂਡੈਂਟਸ ਲਈ ਤਾਂ ਖੈਰ ਜਿਹੜਾ ਇਹ 'ਚ ਜੋਖਮ ਕੋਈ ਨਹੀਂ ਹੈ, ਬਿਕੋਜ਼ ਜਿੰਨੇ ਵੀ ਇੰਟਰਨੈਸ਼ਨਲ ਕਮਿਊਨਿਟੀਜ਼ ਨੇ ਜਾਂ ਇੰਟਰਨੈਸ਼ਨਲ ਜਿਹੜੇ ਐਜੂਕੇਸ਼ਨ ਡੈਸਟੀਨੇਸ਼ਨਸ ਨੇ, ਚਾਹੇ ਅਮਰੀਕਾ, ਕੈਨੇਡਾ, ਆਸਟ੍ਰੇਲੀਆ, ਨਿਊਜ਼ੀਲੈਂਡ, ਚਾਹੇ ਇੰਗਲੈਂਡ, ਜਰਮਨੀ, ਜਿੰਨੇ ਵੀ ਨੇ ਜੀ, ਇਹ ਸਾਰੇ ਆਲਵੇਜ਼ ਮੇਕ ਸ਼ੋਰ ਕਰਦੇ ਆ ਕਿ ਸਟੂਡੈਂਟਸ ਲਈ ਉੱਥੇ ਕੁਛ ਨਾ ਕੁਛ ਵੱਡਾ ਹੋਵੇ। ਸੋ ਸਟੂਡੈਂਟ ਲਈ ਪੱਕੀ ਜਿਹੜੀ ਗੱਲ ਉਹ ਹੈ ਕਿ ਸੈਪਟੰਬਰ ਓਪਨ ਹੈ। ਸੈਪਟੰਬਰ ਕੈਨੇਡਾ ਦੇ ਲਈ ਵੀ ਓਪਨ ਹੈ, ਅਮਰੀਕਾ ਨੇ ਵੀ ਓਪਨ ਕੀਤਾ ਹੋਇਆ, ਇੰਗਲੈਂਡ ਨੇ ਵੀ ਓਪਨ ਕੀਤਾ ਹੋਇਆ। ਹਾਲੇ ਆਸਟ੍ਰੇਲੀਆ, ਨਿਊਜ਼ੀਲੈਂਡ ਨੂੰ ਅਸੀਂ ਛੱਡ ਸਕਦੇ ਹਾਂ। ਆਸਟ੍ਰੇਲੀਆ ਨੇ ਖੈਰ ਵੀਜ਼ਾਸ ਦੇਣੇ ਸ਼ੁਰੂ ਕੀਤੇ ਹੋਏ ਆ। ਆਸਟ੍ਰੇਲੀਆ ਵੀਜ਼ਾਸ ਵਿੱਚ ਕੋਈ ਦਿੱਕਤ ਨਹੀਂ ਦੇ ਰਿਹਾ, ਵੀਜ਼ਾਸ ਇਸ਼ੂ ਕਰ ਰਿਹਾ, ਸ਼ਾਇਦ ਕਿਉਂਕਿ ਯੂਨੀਵਰਸਿਟੀਜ਼ ਦਾ ਵੀ ਬਹੁਤ ਤਗੜਾ ਪ੍ਰੈਸ਼ਰ ਹੁੰਦਾ। ਯੂਨੀਵਰਸਿਟੀ ਜਿਹੜੇ ਫੰਡ ਆ, ਜਿਹੜੀਆਂ ਇਮੀਗ੍ਰੇਸ਼ਨ ਦੀਆਂ ਕਾਸਟਾਂ ਨੇ, ਸੋ ਇਹ ਇੱਕ ਡਿਪਾਰਟਮੈਂਟ ਆ। ਜਦ ਤੱਕ ਇਹ ਵੀ ਅਗਰ ਬਿਜ਼ਨਸ ਰੈਵਨਿਊਜ਼ ਜਨਰੇਟ ਨਹੀਂ ਕਰੇਗਾ ਤਾਂ ਕਿਸੇ ਮੁਲਕ ਦੇ ਵਿੱਚ ਚੱਲਣਾ ਔਖਾ ਹੋ ਜਾਂਦਾ ਹੈ ਜੀ। ਸੋ ਆਲਮੋਸਟ ਸਾਰੇ ਕੰਟਰੀਜ਼ ਓਪਨ ਨੇ। ਸੋ ਤੁਸੀਂ ਵੇਖੋਗੇ ਬਾਏ ਅਗਸਤ, ਸੈਪਟੰਬਰ ਆਲਮੋਸਟ ਸਾਰੇ ਕੰਟਰੀਜ਼ ਦੇ ਦਰਵਾਜ਼ੇ ਖੁੱਲ੍ਹ ਜਾਣਗੇ। ਇਹ ਮੈਂ ਖੁੱਲ੍ਹ ਜਾਣਗੇ ਵੀਜ਼ਾ ਲਈ ਨਹੀਂ ਕਹਿ ਰਿਹਾ, ਵੀਜ਼ਾਸ ਤੇ ਅੱਜ ਵੀ ਓਪਨ ਨੇ ਜੀ। ਇਹ ਸਾਰਿਆਂ ਦੇ ਰਸਤੇ ਖੁੱਲਣਗੇ, ਫਲਾਈਟਸ ਓਪਨ ਹੋਣਗੀਆਂ, ਸਟੂਡੈਂਟ ਸਾਡੇ ਜਾਣੇ ਸ਼ੁਰੂ ਹੋ ਜਾਣਗੇ ਔਰ ਜਾਣਗੇ, ਕਿਤੇ ਕੋਈ ਬ੍ਰੇਕ ਨਹੀਂ ਲੱਗੇਗੀ। ਤੁਸੀਂ ਵੇਖਿਆ ਕਿ ਪਿਛਲੇ ਸਮੇਂ ਦੇ ਵਿੱਚ ਵੀ ਜਦੋਂ ਬਹੁਤ ਤਕੜੇ ਪ੍ਰੋਟੋਕੋਲ ਸੀ, ਬਹੁਤ ਤਕੜੇ ਸਖਤ ਨਿਯਮ ਸੀਗੇ ਜੀ, ਉਦੋਂ ਵੀ ਫਲਾਈਟਸ ਨਹੀਂ ਰੁਕੀਆਂ ਸੀ। ਅਮਰੀਕਾ ਵੀ ਉਦੋਂ ਓਪਨ ਰਿਹਾ, ਕੈਨੇਡਾ ਵੀ ਓਪਨ ਰਿਹਾ, UK ਵੀ ਓਪਨ ਰਿਹਾ। ਸੋ ਇਹ ਜਿਹੜਾ ਹੁਣ ਟੈਂਪਰੇਰੀ ਫੇਸ, ਜਿੱਦਾਂ ਇੱਕਦਮ ਸਾਡੇ ਜਿਹੜੇ ਕੋਵਿਡ ਰੇਟਸ ਬਹੁਤ ਜ਼ਿਆਦਾ ਵੱਧ ਗਏ ਸੀਗੇ, ਸੋ ਉਹਦਾ ਕਰਕੇ ਤੁਸੀਂ ਅੱਜ ਤੋਂ ਅਖਬਾਰਾਂ ਵੇਖਣੀਆਂ ਸ਼ੁਰੂ ਕਰ ਦੋਗੇ ਤੇ ਤੁਹਾਨੂੰ ਹੁਣ ਦਿਨ ਬ ਦਿਨ ਥੱਲੇ ਆਉਂਦੇ ਸ਼ੁਰੂ ਹੋਣ ਦਿਸ ਪੈਣਗੇ। ਸੋ ਰੋਜ਼ ਦੀ ਰੋਜ਼ ਤੁਸੀਂ ਵੇਖੋਗੇ ਕਿ ਜਿਹੜੀ ਇੱਥੇ ਜਿਹੜੀਆਂ ਹੁਣ ਰਿਪੋਰਟਡ ਕੇਸਿਸ ਨੇ ਉਹ ਘਟਦੇ ਜਾਣਗੇ। ਸੋ ਇੱਕ ਇੰਟਰਨੈਸ਼ਨਲ ਕਮਿਊਨਿਟੀ ਨੂੰ ਮੈਸੇਜ ਆਏਗਾ ਕਿ ਇੰਡੀਆ ਹੁਣ ਪਹਿਲਾਂ ਵਰਗਾ ਜੋਖਮ ਵਾਲਾ ਨਹੀਂ ਰਿਹਾ। ਸੋ ਇੰਡੀਆ ਦੇ ਵਿੱਚੋਂ ਸਟੂਡੈਂਟਸ ਦਾ ਪੈਸਾ ਲਿਆ ਜਾ ਸਕਦਾ ਹੈ। ਸੋ ਉਹ ਕੰਟਰੀਜ਼ ਫਿਰ ਓਪਨ ਅਪ ਹੋ ਜਾਣਗੀਆਂ। ਸੋ ਔਰ ਇਸੇ ਤਰੀਕੇ ਨਾਲ ਇਹ ਟ੍ਰੇਡ ਜਿੱਦਾਂ ਪਹਿਲਾਂ ਤੋਂ ਚੱਲ ਰਿਹਾ ਉਹ ਮੁੜ ਆਪਣੀ ਬਹਾਲੀ ਉਸੇ ਤਰੀਕੇ ਨਾਲ ਕਰ ਲਏਗਾ। ਜੇ ਸਟੂਡੈਂਟਸ ਨੂੰ ਯੈਸ ਹੋ ਗਈ ਹੈ ਜਾਣ ਦੀ, ਤੇ ਉਹਨਾਂ ਦੀਆਂ ਰਿਕੁਆਇਰਮੈਂਟਸ ਕੀ ਹੋਣਗੀਆਂ, ਕਿਹੜੀਆਂ ਚੀਜ਼ਾਂ ਦਾ ਖਿਆਲ ਰੱਖਣਾ ਪਏਗਾ? ਦੇਖੋ ਰਿਕੁਆਇਰਮੈਂਟਸ ਕਾਫੀ ਸਿੰਪਲ ਨੇ ਔਰ ਇਹਨਾਂ ਦੀ ਸਮਝ ਆਲਮੋਸਟ ਸਾਰੇ ਸਟੂਡੈਂਟਸ ਨੂੰ ਲੱਗੀ ਹੋਈ ਹੈ। ਸਟੂਡੈਂਟਸ ਨੂੰ ਤਾਂ ਕੀ, ਜਿਹੜੇ ਲੋਕਲ ਸਕੂਲਸ ਨੇ ਸਾਰੇ ਜਿਹੜੇ ਪੜ੍ਹਾਉਂਦੇ ਉਹਨਾਂ ਨੂੰ ਲੱਗੀ ਹੋਈ ਹੈ। ਸੋ ਇਸ ਟਾਈਮ ਬੱਚਿਆਂ ਦੇ ਪੈਰਾਮੀਟਰ ਇਕੱਲਾ ਇੰਗਲਿਸ਼ ਹੈ। ਸੋ ਕਿਸੇ ਬੱਚੇ ਨੇ ਤੁਸੀਂ ਉਹਨੂੰ ਹੁਸ਼ਿਆਰ ਦਾ ਨਲਾਇਕ ਗਿਣਨਾ ਹੈ ਤਾਂ ਤੁਹਾਨੂੰ ਸਿਰਫ ਸਕੂਲ ਇਹ ਦੱਸੇਗਾ ਕਿ ਅੰਗਰੇਜ਼ੀ ਬੋਲਦਾ ਹੈ। ਸੋ ਜਿਹੜੇ ਇੰਗਲਿਸ਼ ਦੇ ਜਿਹੜੇ ਚੰਗੇ ਸਪੀਕਰ ਨੇ ਸਾਡੇ ਸਟੂਡੈਂਟਸ ਹੁਣ, ਬਾਕੀ ਇੰਟੈਲੈਕਟ ਖੈਰ ਅਸੀਂ ਪਹਿਲਾਂ ਤੋਂ ਯਕੀਨ ਕਰਦੇ ਹਾਂ, ਬਟ ਇੰਗਲਿਸ਼ ਬਹੁਤ ਇੰਪਰੂਵ ਹੋਈ ਹੈ। ਸੋ ਜਿਹੜੇ ਸਟੂਡੈਂਟਸ ਨੇ ਬਾਹਰ ਜਾਣਾ ਉਹਨਾਂ ਲਈ ਲਾਜ਼ਮੀ ਆ ਕਿ ਉਹ ਆਇਲਸ ਦਾ ਪੇਪਰ ਦੇਣ। ਸੋ ਅਗਰ ਤੁਹਾਡੇ ਕੋਲ 6 ਐਂਡ ਅਬਵ ਆਉਂਦੇ ਆ ਤਾਂ ਤੁਹਾਨੂੰ ਫੋਰ ਸ਼ਿਓਰ ਕੈਨੇਡਾ ਦਾ ਰੁਖ ਕਰਨਾ ਚਾਹੀਦਾ, ਬਿਕੋਜ਼ ਕੈਨੇਡਾ ਦੇ ਵਿੱਚ ਸਭ ਚੀਜ਼ਾਂ ਆਟੋਮੈਟਿਕਲੀ ਚੱਲਦੀਆਂ ਨੇ। ਸੋ ਸਟੂਡੈਂਟਸ ਦੀ ਇੰਟਰਵਿਊ ਨਹੀਂ ਹੁੰਦੀ ਯੂਨੀਵਰਸਿਟੀ ਐਮਬੈਸੀ ਦੇ ਵਿੱਚ ਕਿਤੇ। ਸੋ ਸਟੂਡੈਂਟਸ ਦਾ ਵੀਜ਼ਾ ਆ ਜਾਂਦਾ, ਉਸ ਤੋਂ ਬਾਅਦ ਤੁਸੀਂ ਸ਼ਾਇਦ ਹੀ ਕੋਈ ਕੈਨੇਡਾ ਤੋਂ ਵਾਪਸ ਆਉਂਦਾ ਵੇਖਿਆ ਹੋਵੇ। ਫਿਰ ਉਹੀ ਬਾਏ 1 ਗੈਟ 1 ਵਾਲੀ ਪਾਲਿਸੀ ਵੀ ਪਰਿਵਾਰ 'ਚ ਇੱਕ ਦਾ ਵੀਜ਼ਾ ਮਿਲ ਗਿਆ ਤਾਂ ਸਾਰੇ ਟੱਬਰ ਨੇ ਹੌਲੀ ਹੌਲੀ ਕੈਨੇਡਾ ਦਾ ਰੁਖ ਕਰ ਜਾਣਾ ਹੈ। ਸੋ ਕੈਨੇਡਾ ਇਸ ਕਰਕੇ ਇਹਨੂੰ ਅਸੀਂ ਪਹਿਲੀ ਪ੍ਰਾਇਓਰਿਟੀ ਦੇ ਉੱਪਰ ਰੱਖਦੇ ਹਾਂ। ਸੋ ਇਹਦੇ ਬਾਵਜੂਦ ਹੁਣ ਜਿੱਦਾਂ ਬਹੁਤ ਸਾਰੇ ਆਈਲੈਟਸ ਦੇ ਪੇਪਰ ਟੈਸਟ ਜਿਹੜੇ ਕੈਂਸਲ ਹੋ ਗਏ ਸੀ, ਹਾਲੇ ਵੀ ਬਹੁਤ ਸਾਰੀ ਜਿਹੜੀਆਂ ਅਪੁਆਇੰਟਮੈਂਟਸ ਉਹ ਲੇਟ ਦੀਆਂ ਮਿਲਦੀਆਂ, ਜਾਂ ਜਿਹੜੇ ਟੈਸਟ ਕੰਡਕਟਡ ਉਹ ਲੇਟ ਮਿਲ ਰਹੇ ਨੇ। ਔਰ ਉਸ ਤੋਂ ਬਾਅਦ ਇੱਕ ਜਿਹੜੇ ਨਵੇਂ ਸਟੂਡੈਂਟਸ ਦਾ ਪੂਰ ਇਹ ਵੀ ਆਏਗਾ, ਨਵੇਂ ਜਿਨ੍ਹਾਂ ਨੇ +2 ਕਰਨੀ ਹੈ। ਸੋ ਇੱਕਦਮ ਮਾਰਕੀਟ ਸਟੂਡੈਂਟਸ ਦਾ ਜਿਹੜਾ ਵੋਲੀਅਮ ਉਹ ਰਾਈਜ਼ ਹੋਏਗਾ, ਇੱਕਦਮ ਜਿਹੜੀ ਸਪਲਾਈ ਆ ਉਹ ਵੱਧ ਜਾਏਗੀ। ਸੋ ਅਗਰ ਆਪਣੇ ਆਪ ਨੂੰ ਅਬਜ਼ੋਰਵ ਕਰਨਾ ਜਾਂ ਆਪਣੇ ਆਪ ਨੂੰ ਕਿਸੇ ਚੰਗੇ ਡੈਸਟੀਨੇਸ਼ਨਸ ਵਿੱਚ ਜਾਣਾ ਚਾਹੁੰਦੇ ਹੋ ਤੇ ਅਮਰੀਕਾ ਤੁਹਾਡੀ ਪਹਿਲੀ ਸੈਕੰਡ ਪਸੰਦ ਹੋਣ ਵਾਲਾ ਹੈ ਜੀ। ਸੋ ਜਿਹੜੇ ਸਟੂਡੈਂਟ ਸਿਰਫ ਤੇ ਸਿਰਫ ਕਮਿਊਨੀਕੇਟ ਕਰ ਸਕਦੇ ਨੇ ਇੰਗਲਿਸ਼ ਦੇ ਵਿੱਚ, ਜਿਨ੍ਹਾਂ ਦੀ ਸਪੋਕਨ ਚੰਗੀ ਹੈ, ਜਿਹੜੀ ਸਪੀਕਿੰਗ ਚੰਗੀ ਰੱਖ ਸਕਦੇ ਨੇ, ਸੋ ਜਿਨ੍ਹਾਂ ਨੇ ਆਈਲੈਟਸ ਦਾ ਪੇਪਰ ਦਿੱਤਾ ਹੋਇਆ ਚਾਹੇ ਨਹੀਂ ਦਿੱਤਾ ਹੋਇਆ, ਸੋ ਬਹੁਤ ਸਾਰੇ ਹੋਰ ਵੀ ਟੈਸਟ ਜਿੱਦਾਂ GRE, GMAT, SAT ਇਹ ਨਹੀਂ ਦਿੱਤੇ ਤਾਂ ਵੀ ਕੋਈ ਗੱਲ ਨਹੀਂ। ਸੋ US ਦੀਆਂ ਬਹੁਤ ਸਾਰੀਆਂ ਯੂਨੀਵਰਸਿਟੀ ਸਟੂਡੈਂਟਸ ਨੂੰ ਅਸੈਪਟ ਕਰ ਲੈਂਦੀਆਂ ਨੇ ਸਿਰਫ ਤੇ ਸਿਰਫ ਉਹਦੇ ਕ੍ਰੈਡੈਂਸ਼ੀਅਲਸ ਦੇ ਬੇਸਿਸ ਤੇ। ਸੋ ਉਹਦੀਆਂ ਆਪਣੇ ਜਿਹੜੇ ਸਰਟੀਫਿਕੇਟਸ ਨੇ ਉਹਨਾਂ ਦੇ ਬੇਸ ਦੇ ਉੱਪਰ ਉਹਦੀ I-20 ਇਸ਼ੂ ਹੋ ਜਾਂਦੀ ਹੈ ਔਰ I-20 ਤੋਂ ਬਾਅਦ ਸਟੂਡੈਂਟ ਅਪੀਅਰ ਹੋ ਜਾਂਦਾ ਅੰਬੈਸੀ ਦੇ ਵਿੱਚ ਔਰ ਉਹਦਾ ਫੈਸਲਾ ਵੀਜ਼ੇ ਦਾ ਇਮੀਡੀਏਟਲੀ ਰਾਈਟ ਔਨ ਦਾ ਸਪੌਟ ਹੈ ਜੀ। ਸੋ ਅਗਰ ਅੰਬੈਸੀ ਨੇ ਵੀਜ਼ਾ ਦੇਣਾ ਤਾਂ ਉਸੇ ਟਾਈਮ ਡਿਸਾਈਡ ਕਰ ਦਿੰਦੀ ਕਿ ਯੈਸ, ਅਗਰ ਨਹੀਂ ਦੇਣਾ ਤਾਂ ਉਸੇ ਟਾਈਮ ਨੋ। ਸੋ ਸਟੂਡੈਂਟ ਦਾ ਟਾਈਮ ਵੇਸਟ ਨਹੀਂ ਹੁੰਦਾ ਔਰ ਇਹਦੇ ਲਈ ਜਿਹੜਾ ਸਮਾਂ ਆ ਇਹ ਐਗਜ਼ੈਕਟਲੀ ਇਹੀ ਹੁਣ ਟਾਈਮ ਆ ਕਿ ਜਦੋਂ ਤੁਹਾਡੇ ਕੋਲ ਜੂਨ ਸ਼ੁਰੂ ਹੋ ਗਿਆ ਔਰ ਅਗਰ ਤੁਸੀਂ ਇਹਨੂੰ ਅਗਸਤ ਵਾਲੀ ਇਨਟੇਕ ਜਾਂ ਸੈਪਟੰਬਰ ਇਨਟੇਕ 'ਚ ਜਾਣਾ ਚਾਹੁੰਦੇ ਹੋ ਤੇ ਤੁਹਾਡੇ ਕੋਲ ਇਸ ਤੋਂ ਬਾਅਦ ਮੌਕਾ ਨਹੀਂ ਹੈਗਾ। ਸੋ ਅਗਰ US ਜਾਣਾ ਚਾਹੁੰਦੇ ਹੋ ਤੇ ਦਿਸ ਇਜ਼ ਦਾ ਰਾਈਟ ਟਾਈਮ ਕਿ ਤੁਸੀਂ ਇਹਨੂੰ ਹੁਣੇ ਅਪਲਾਈ ਕਰ ਸਕਦੇ ਹੋ, ਬਿਕੋਜ਼ ਕੈਨੇਡਾ ਲਈ ਤੁਹਾਨੂੰ ਅਪਲਾਈ ਕਰਨ ਨੂੰ ਤੁਹਾਡੇ ਕੋਲ ਹਾਲੇ ਆਈਲੈਟਸ ਦਾ ਪੇਪਰ ਹੋਣਾ ਚਾਹੀਦਾ। ਸੋ ਤੁਹਾਡੇ ਕੋਲ ਹਾਲੇ ਰਿਜ਼ਲਟ ਹੋਣਾ ਚਾਹੀਦਾ। ਸੋ ਜਿਹੜੇ ਸਟੂਡੈਂਟਸ ਹਾਲੇ ਇਸ ਟਾਈਮ ਜਿਹਨਾਂ ਰਿਜ਼ਲਟ ਨਹੀਂ ਵੀ ਆਏ ਹੋਏ ਉਹ ਆਪਣੇ ਸਕੂਲ ਤੋਂ ਇੱਕ ਟੈਂਟੇਟਿਵ ਪਾਸ ਸਕੋਰ ਲੈ ਸਕਦੇ ਆ, ਬਿਕੋਜ਼ ਸ਼ਾਇਦ ਬੱਚਿਆਂ ਨੂੰ ਸਕੋਰ ਵੀ ਉਸੇ ਦੇ ਬੇਸਿਸ ਤੇ ਮਿਲਨੇ ਆ
ਕਿਉਂਕਿ ਹੁਣ ਪੇਪਰ ਹੋਣਾ ਨਹੀਂ ਹੋਣਾ ਇਹ ਵੀ ਕਲੀਅਰ ਨਹੀਂ ਹੈਗਾ ਕਿ ਇਹਦੇ 'ਚ ਐਗਜ਼ਾਮ ਬੱਚਿਆਂ ਦੇ ਹੋਣਗੇ ਕਿ ਨਹੀਂ ਹੋਣਗੇ ਜੀ। ਸੋ ਬੱਚਿਆਂ ਲਈ ਇਹ ਜ਼ਰੂਰੀ ਆ ਕਿ ਸਕੂਲ ਤੋਂ ਇੱਕ ਸਰਟੀਫਿਕੇਟ ਲੈ ਲੈਣ ਪ੍ਰੋਵੀਜ਼ਨਲ, ਜਿਹਦੇ 'ਚ ਲਿਖਿਆ ਹੋਏਗਾ ਕਿ ਇਹਦੀ ਪ੍ਰੀਵੀਅਸ ਅਕੈਡਮਿਕਸ ਰਿਕਾਰਡ ਦੇ ਅਕੋਰਡਿੰਗ ਇਹਦੀ ਸਕੋਰ ਇਹਦੇ ਮੁਤਾਬਿਕ ਆਏਗਾ। ਸੋ ਕੱਲੀ ਇਹਦੇ ਬੇਸਿਸ ਦੇ ਉੱਪਰ ਉਹ ਆਪਣੀ ਅਗਲੀ ਐਡਮਿਸ਼ਨ ਕਰ ਸਕਦੇ ਆ। ਸੋ ਓਬਵੀਅਸਲੀ ਬਾਏ ਦਾ ਟਾਈਮ ਉਹਦੀ ਐਡਮਿਸ਼ਨ ਹੋਏਗੀ, I-20 ਆਏਗੀ, ਬਾਏ ਦਾ ਟਾਈਮ ਉਹਦੇ ਕੋਲ ਆਪਣੇ ਡਾਕੂਮੈਂਟਸ ਰੈਡੀ ਨੇ ਜੀ। ਸੋ ਅਮਰੀਕਾ ਇਜ਼ ਅ ਡੈਸਟੀਨੇਸ਼ਨ ਜਿਹਨੂੰ ਅਸੀਂ ਦੂਸਰੇ ਨੰਬਰ ਦੇ ਉੱਪਰ ਲਾ ਸਕਦੇ ਹਾਂ। ਸੋ ਇਹਦੇ 'ਚ ਅਗਰ ਤੁਹਾਡੇ ਕੋਲ ਕਿਸੇ ਸਟੂਡੈਂਟ ਦੇ 10 ਸਾਲ ਪੁਰਾਣਾ ਵੀ ਗੈਪ ਹੈਗਾ, ਅਗਰ ਉਹ 5-8-10 ਸਾਲ ਪਹਿਲਾਂ ਵੀ ਉਹਨੇ ਕਿਤੇ ਗ੍ਰੈਜੂਏਸ਼ਨ ਕੀਤੀ ਜਾਂ +2 ਕੀਤੀ ਹੈ ਜੀ, ਸੋ ਉਹ ਵੀ ਸਟੂਡੈਂਟਸ ਐਲੀਜੀਬਲ ਨੇ। ਬਿਕੋਜ਼ ਪੂਰੀ ਦੁਨੀਆ ਦੇ ਵਿੱਚ ਜਿਹੜਾ ਸਟੂਡੈਂਟਸ ਦਾ ਕ੍ਰਾਈਟੇਰੀਆ ਆ ਉਹ ਅਕੈਡਮਿਕ ਪਰਫਾਰਮੈਂਸ ਦੇ ਉੱਪਰ ਆ ਇਕੱਲਾ ਜੀ। ਔਰ ਅਮਰੀਕਾ ਐਸਾ ਕੰਟਰੀ ਆ ਜਿਹੜਾ ਸਟੂਡੈਂਟਸ ਨੂੰ ਜੱਜ ਕਰਦਾ ਆ ਉਹਦੀ ਕਮਿਊਨੀਕੇਸ਼ਨ ਤੋਂ, ਬਿਲਕੁਲ, ਜਿਹੜਾ ਐਜੂਕੇਸ਼ਨ ਦੀ ਹੰਗਰ ਉਹਦੇ ਫੀਲ ਕਰ ਲੈਂਦਾ ਹੈ, ਬਿਲਕੁਲ, ਜਿਹਨੂੰ ਸਮਝ ਲੱਗ ਜਾਂਦੀ ਹੈ ਅਮਰੀਕਾ ਉਹ ਮੁਲਕ ਆ ਕਿ ਜਿਹੜਾ ਇਹ ਬੱਚੇ ਨੂੰ ਐਜੂਕੇਸ਼ਨ ਦੀ ਲੋੜ ਹੈਗੀ ਕਿ ਨਹੀਂ ਹੈਗੀ, ਬਿਲਕੁਲ। ਸੋ US ਇਜ਼ ਸੱਚ ਕੰਟਰੀ ਕਿ ਜਿਹਨੇ ਤੁਹਾਡਾ ਡਿਸੀਜਨ ਰਾਈਟ ਔਨ ਦਾ ਸਪੌਟ ਉਸੇ ਟਾਈਮ ਤੇ ਦੇਣਾ ਔਰ ਤੁਹਾਡੀ ਅਕੈਡਮਿਕ ਪਰਫਾਰਮੈਂਸ ਨੂੰ, ਯੈਸ ਉਹ ਇੱਕ ਪਹਿਲੂ ਜ਼ਰੂਰ ਹੈਗਾ ਬਟ ਕੱਲਾ ਉਹੀ ਉਹ ਆ ਇਸ ਤਰੀਕੇ ਨਾਲ ਨਹੀਂ ਹੈ ਜੀ, ਬਿਲਕੁਲ। ਸੋ ਜਿਹੜੇ ਸਟੂਡੈਂਟਸ ਨੂੰ ਲੱਗਦਾ ਕਿ ਉਹਨਾਂ ਦੀ ਐਲੀਜੀਬਿਲਟੀ ਹੋਰ ਪਾਸੇ ਨਹੀਂ ਬਣਦੀ ਉਹ US ਨੂੰ ਅਗਰ ਰੁੱਖ ਕਰਨਗੇ, ਆਈ ਬਲੀਵ ਕਿ ਆਲਮੋਸਟ ਬਹੁਤ ਸਾਰੀਆਂ ਯੂਨੀਵਰਸਿਟੀਜ਼ US ਵਿੱਚ ਉਹਨਾਂ ਨੂੰ ਐਡਮਿਸ਼ਨ ਦੇ ਸਕਦੀਆਂ ਜੀ। ਸੋ ਇਸ ਤੋਂ ਬਾਅਦ ਆ ਜਾਂਦਾ ਆ ਤੀਸਰਾ ਕੰਟਰੀ UK, ਇੰਗਲੈਂਡ, ਯੂਨਾਈਟਿਡ ਕਿੰਗਡਮ। ਸੋ UK ਦੀਆਂ ਇਮੀਗ੍ਰੇਸ਼ਨ ਦੀਆਂ ਜ਼ਰੂਰਤਾਂ ਵਿੱਚ ਕਾਫੀ ਵਾਧਾ ਹੋਇਆ ਆ, ਖਾਸ ਕਰਕੇ ਯੂਰਪੀਅਨ ਯੂਨੀਅਨ ਤੋਂ ਅਲੱਗ ਹੋਣ ਤੋਂ ਬਾਅਦ। ਸੋ ਯੂਰਪੀਅਨ ਯੂਨੀਅਨ ਤੋਂ ਜਦੋਂ ਦੇ ਵੱਖ ਹੋਏ ਆ ਇਹਨਾਂ ਦੀਆਂ ਵਿੱਚ ਜੌਬਸ ਨੂੰ ਲੈ ਕੇ ਜਿਹੜਾ ਸੈਕਟਰ ਕਦੀ ਵੀ ਓਪਨ ਨਹੀਂ ਸੀ ਹੋਇਆ ਇਹਨਾਂ ਨੇ ਉਹ ਵੀ ਓਪਨ ਕਰਤਾ। ਸੋ ਜਿਹੜੀ ਇਨਕਮ ਦੀ ਰਿਕੁਆਇਰਮੈਂਟ ਸੀ ਕਿਸੇ ਵੀ ਸਕਿਲਡ ਮਾਈਗ੍ਰੇਸ਼ਨ ਪ੍ਰੋਗਰਾਮ ਦੇ ਵਿੱਚ Tier 2 ਕੈਟਾਗਰੀ ਦੇ ਵਿੱਚ, ਉਹ ਇਹਨਾਂ ਨੇ ਘਟਾ ਕੇ 35,000 ਪਾਉਂਡ ਤੋਂ ਉਹਨੂੰ 20-25,000 ਪਾਉਂਡ ਤੇ ਕਰਤਾ, ਜਿਹੜੀ ਕਿ ਅਚੀਵੇਬਲ ਆ। ਸੋ 35-36,000 ਪਾਉਂਡ ਹਰ ਬੰਦੇ ਲਈ ਅਚੀਵੇਬਲ ਨਹੀਂ ਸੀ ਇੰਨੀ ਇਨਕਮ ਸ਼ੋਅ ਕਰਨਾ। ਸੋ 35 ਲੱਖ ਰੁਪਇਆ ਸ਼ੋਅ ਕਰਨਾ ਇਨਕਮ ਦਾ ਔਰ 20 ਲੱਖ ਰੁਪਇਆ ਸ਼ੋਅ ਕਰਨਾ ਇਨਕਮ ਦਾ, ਹੁਣ ਇਹ ਹੋ ਗਿਆ। ਸੋ UK ਦੇ ਵਿੱਚ ਇਹੋ ਜਿਹੀਆਂ ਪੋਸੀਬਿਲਿਟੀਜ਼ ਨੇ ਕਿ ਯੂਨੀਵਰਸਿਟੀਜ਼ ਨੇ ਬਹੁਤ ਲਿਕੁਰੇਟਿਵ ਕੀਤਾ ਹੈ ਜੀ। ਔਰ ਅਗਰ ਤੁਸੀਂ ਟੌਪ ਬਿਊਰੋਕਰੈਟ, ਟੌਪ ਜਿੰਨੇ ਵੀ ਸਾਡੇ ਇੰਡਸਟਰੀਅਲਿਸਟ ਨੇ ਉਹਨਾਂ ਦੇ ਬੱਚੇ ਅਗਰ ਵੇਖੋ ਕਿਤੇ ਪੜ੍ਹਨ ਜਾਂਦੇ ਆ ਉਹ ਕੈਨੇਡਾ ਪੜ੍ਹਨ ਨਹੀਂ ਜਾਂਦੇ, ਬਿਲਕੁਲ, ਉਹ ਜਾਂ ਅਮਰੀਕਾ ਪੜ੍ਹਦੇ ਨੇ ਜਾਂ ਉਹ ਇੰਗਲੈਂਡ ਪੜ੍ਹਦੇ ਆ। ਸੋ ਆਬਵੀਅਸਲੀ UK ਨੂੰ ਤੁਸੀਂ ਟਰਸਟ ਕਰ ਸਕਦੇ ਹੋ ਫॉर द ਯੂਨੀਵਰਸਿਟੀਜ਼ ਕਿ ਇੱਥੇ ਯੂਨੀਵਰਸਿਟੀਜ਼ 300-400 ਸਾਲ ਪੁਰਾਣੀਆਂ ਯੂਨੀਵਰਸਿਟੀਜ਼ ਨੇ। ਸੋ ਅਗਰ ਅਸੀਂ ਆਪਣੇ ਇਤਿਹਾਸ ਦੀ ਗੱਲ ਕਰੀਏ, ਸਾਡਾ ਸਿੱਖੀਜ਼ਮ ਦਾ ਇਤਿਹਾਸ ਅਗਰ ਤੁਸੀਂ ਲੈ ਲਓ 1708 ਜਾਂ 1600 1500 ਮਤਲਬ ਸਾਡੇ ਕੋਲ ਸਾਨੂੰ ਇੱਥੋਂ ਤੱਕ ਬਾਹਲਾ ਨਹੀਂ ਪਤਾ, ਬਟ UK ਦੇ ਵਿੱਚ ਜਿਹੜੀ ਉਹਨਾਂ ਦੀਆਂ ਯੂਨੀਵਰਸਿਟੀਆਂ ਇੰਨੀਆਂ ਪੁਰਾਣੀਆਂ ਹੈਗੀਆਂ ਕਿ ਯੈਸ ਤੁਹਾਨੂੰ ਉਹਨਾਂ ਦਾ ਰਿਕਾਰਡ ਮਿਲ ਜਾਏਗਾ। ਸੋ ਆਬਵੀਅਸਲੀ ਜਿਹਨੂੰ ਅਸੀਂ ਹਾਇਰ ਐਜੂਕੇਸ਼ਨ ਦੇ ਇੰਸਟੀਟਿਊਸ਼ਨਸ ਦੀ ਗੱਲ ਕਰੀਏ ਤੇ ਇਸ ਤੋਂ ਬਿਹਤਰ ਹੋ ਨਹੀਂ ਸਕਦੇ ਕਿਤੇ ਵੀ। ਸੋ ਅਗਰ ਕਿਸੇ ਨੇ ਅਕੈਡਮਿਕਸ ਲਈ ਜਾਣਾ ਆ ਜੀ, ਕਿ ਜਿਹਦਾ ਮੁੱਖ ਟੀਚਾ ਪੜ੍ਹਾਈ ਆ, ਪੜ੍ਹਾਈ ਤੋਂ ਐਜੂਕੇਸ਼ਨ ਨੌਲੇਜ ਦੇ ਉੱਪਰ ਅਗਰ ਗੱਲ ਕਰੀਏ ਤੇ ਸ਼ਾਇਦ ਹੀ UK ਤੋਂ ਬਿਹਤਰ ਕੋਈ ਡੈਸਟੀਨੇਸ਼ਨ ਹੋਵੇ। ਸੋ ਸਟੂਡੈਂਟਸ ਇਹਨਾਂ ਤਿੰਨਾਂ ਕੰਟਰੀਜ਼ ਉੱਪਰ ਫਿਲਹਾਲ ਸੋਚ ਸਕਦੇ ਨੇ। ਇਹ ਪ੍ਰੋਸੈਸਿੰਗ ਵੀ ਹੋ ਰਹੀ ਆ, ਵੀਜ਼ਾਸ ਵੀ ਹੋ ਰਹੇ ਆ ਔਰ ਬਾਏ ਸੈਪਟੰਬਰ ਫॉर श्योर ਇੱਥੋਂ ਫਲਾਈਟਸ ਵੀ ਹੋ ਜਾਣਗੀਆਂ। ਬਹੁਤ ਸਾਰੇ ਸਟੂਡੈਂਟਸ ਆ ਜਿਹੜੇ ਨਿਊਜ਼ੀਲੈਂਡ ਪੜ੍ਹਨ ਜਾਂਦੇ ਨੇ ਪਰ ਨਿਊਜ਼ੀਲੈਂਡ ਵੱਲੋਂ ਕੋਰੀ ਨਾ ਹੋਈ ਪਈ ਹੈ ਤੇ ਆਉਣ ਵਾਲੇ ਟਾਈਮ 'ਚ ਉਹਨਾਂ ਦੇ ਲਈ ਕੋਈ ਰਸਤੇ ਖੁੱਲਦੇ ਨਜ਼ਰ ਆ ਰਹੇ ਨੇ। ਨਿਊਜ਼ੀਲੈਂਡ ਨੂੰ ਦੇਖੋ ਖੋਲ੍ਹਣਾ ਤਾਂ ਪਏਗਾ, ਇਹ 'ਚ ਕੋਈ ਸ਼ੱਕ ਨਹੀਂ ਹੈ, ਬਿਕੋਜ਼ ਅਸੀਂ ਸੇਫਟੀ ਅਲੱਗ ਚੀਜ਼ ਆ, ਰੈਵਨਿਊਜ਼ ਅਲੱਗ ਚੀਜ਼ ਆ। ਸੋ ਹਾਲਾਂਕਿ ਇਹ ਸਾਰੇ ਮੁਲਕ ਹੈਲਥ ਕੇਅਰ ਦੇ ਨਾਲ ਕੰਪਰੋਮਾਈਜ਼ ਨਹੀਂ ਕਰਦੇ ਜੀ, ਬਟ ਜਿੱਦਾਂ ਹੀ ਤੁਹਾਡਾ ਥੋੜਾ ਬਹੁਤ ਹੈਲਥ ਕੇਅਰ ਤੋਂ ਜਦੋਂ ਤੁਹਾਡਾ ਡਾਈਵਰਟ ਹੋਏਗਾ ਤੇ ਤੁਹਾਨੂੰ ਲੱਗਾ ਕਿ ਇਟ ਇਜ਼ ਵੈਰੀ ਸੇਫ, ਉਦੋਂ ਸਭ ਦੀਆਂ ਜਿਹੜੀਆਂ ਜ਼ਰੂਰਤਾਂ ਦੁਆਰਾ ਜਾਗ ਪੈਣਗੀਆਂ ਜੀ। ਬਿਕੋਜ਼ ਮੋਹ ਮਾਇਆ ਦਾ ਚੱਕਰ ਛੱਡਿਆ ਨਹੀਂ ਜਾਂਦਾ, ਚਾਹੇ ਉਹ ਤੁਸੀਂ ਹੋਵੇ, ਚਾਹੇ ਇਨਸਾਨ ਹੋਵੇ, ਚਾਹੇ ਯੂਨੀਵਰਸਿਟੀ ਹੋਵੇ, ਚਾਹੇ ਉਹ ਮੁਲਕ ਹੋਵੇ। ਸੋ ਜਦੋਂ ਤੁਹਾਨੂੰ ਰੈਵਨਿਊਜ਼ ਦਿਸਦੇ ਆ, ਜਦੋਂ ਉਹਨਾਂ ਦੇ ਪੈਸੇ ਦੇ ਨਾਲ ਕਈ ਕੁਝ ਹੁੰਦਾ ਦਿਸਦਾ ਆ, ਜਦੋਂ ਰੇਗਿਸਤਾਨ ਵੀ ਜਗਣ ਲੱਗ ਜਾਂਦੇ ਆ, ਉਦੋਂ ਫਿਰ ਤੁਹਾਨੂੰ ਪਤਾ ਲੱਗਦਾ ਕਿ ਯੈਸ ਇਹ ਜਿਹੜੇ ਫੋਰਨ ਰੈਵਨਿਊਜ਼ ਉਹਨਾਂ ਦਾ ਮਤਲਬ ਕੀ ਹੈ। ਕਿਉਂਕਿ ਇੰਟਰਨੈਸ਼ਨਲ ਸਟੂਡੈਂਟ ਜਾਂ ਟੂਰਿਜ਼ਮ, ਇਹ ਦੋ ਐਸੇ ਸੈਕਟਰ ਨੇ ਜੋ ਕਿਸੇ ਵੀ ਮੁਲਕ ਦੀ ਤਕਦੀਰ ਬਦਲ ਸਕਦੇ ਆ। ਸੋ ਅਸੀਂ ਵੇਖਿਆ ਹੈ ਕਿ ਰਾਤੋਂ ਰਾਤ ਜਿਹੜੇ ਬੁਝੇ ਹੋਏ ਕੰਟਰੀਜ਼ ਉਹ ਜਗਣ ਲਾਤੇ ਇਹਨਾਂ ਨੇ। ਸੋ ਆਈ ਹੈਵ ਸੀਨ ਮੈਨੀ ਯੂਨੀਵਰਸਿਟੀਜ਼, ਜਿਹੜੀਆਂ ਯੂਨੀਵਰਸਿਟੀਜ਼ ਜਦੋਂ ਨਵੇਂ ਸਟੂਡੈਂਟਸ ਜਾਣਾ ਸ਼ੁਰੂ ਹੋਏ, ਜਿਹੜੀਆਂ ਯੂਨੀਵਰਸਿਟੀਜ਼ ਦੀ ਹਾਲਾਤਾਂ ਬਹੁਤ ਖਸਤਾ ਹਾਲ ਸੀਗੀਆਂ, ਉਹ 2-3 ਰਿਕਰੂਟਮੈਂਟ ਤੋਂ ਬਾਅਦ ਉੱਥੇ ਆਟੋਮੈਟਿਕ ਵਾਸ਼ਰੂਮ, ਆਟੋਮੈਟਿਕ ਦਰਵਾਜ਼ੇ ਲੱਗ ਗਏ ਜੀ। ਸੋ ਆਬਵੀਅਸਲੀ ਇਹ ਜਿਹੜੇ ਸਟੂਡੈਂਟਸ ਦੀ ਇਨਕਮ ਜਾਂ ਮਨੀ ਦਾ ਫਲੋ ਹੈ ਉਹ ਸਭ ਦੀ ਤਕਦੀਰ ਬਦਲਣ ਦਾ ਮਾਦਾ ਰੱਖਦਾ ਹੈ ਜੀ। ਸੋ ਉਮੀਦ ਕਰਦੇ ਹਾਂ ਕਿ ਸਾਡੇ ਕੋਲ ਜਿਹੜਾ ਯੂਥ ਹੈ ਉਹ ਅਸੀਂ ਬਿਲਕੁਲ ਬਹੁਤ ਖੁਸ਼ੀ ਨਾਲ ਨਹੀਂ, ਬਟ ਅਸੀਂ ਬਾਹਰਲੇ ਮੁਲਕਾਂ ਨੂੰ ਸਪਲਾਈ ਕਰਦੇ ਹਾਂ, ਬਿਕੋਜ਼ ਸਾਡੇ ਕੋਲ ਇੱਥੇ ਬਹੁਤ ਸਾਰੇ ਰੁਜ਼ਗਾਰ ਦੇ ਮੌਕੇ ਨਹੀਂ ਹੈਗੇ। ਇਹ ਆਪਣੇ ਆਪ 'ਚ ਹੈ ਮੰਦਭਾਗਾ ਹੈ, ਪਰ ਇਸ ਤੋਂ ਬਿਨਾਂ ਸਾਡੇ ਕੋਲ ਕੋਈ ਚਾਰਾ ਵੀ ਹੈ ਨਹੀਂ। ਬਿਕੋਜ਼ ਜਿਹੜਾ ਫਾਈਨੈਂਸ਼ੀਅਲ ਇੰਡੀਪੈਂਡੈਂਸ ਆ, ਜਿਹੜਾ ਆਤਮ ਸਨਮਾਨ ਆ, ਜਿਹੜਾ ਤੁਹਾਡੀ ਜੇਬ 'ਚ ਤੁਹਾਡਾ ਆਪਣਾ ਪੈਸਾ ਹੋਣ ਦਾ ਰੋਹਬ ਹੈ,
ਉਹ ਸਾਡਾ ਇਹੀ ਮੁਲਕ ਸਾਡਾ ਸਾਕਾਰ ਕਰਦੇ ਨੇ। ਬਿਲਕੁਲ ਸਹੀ ਗੱਲ ਹੈ। ਤੁਸੀਂ ਪ੍ਰੋਗਰਾਮ 'ਚ ਆਏ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਤਿ ਸ਼੍ਰੀ ਅਕਾਲ ਜੀ। ਇਹ ਸਨ ਰਾਇਲ ਟਰੈਵਲਸ ਤੋਂ ਅਰਵਿੰਦਰਪਾਲ ਸਿੰਘ ਜੀ, ਜਿਨ੍ਹਾਂ ਨੇ ਬਹੁਤ ਸਾਰੀ ਜਾਣਕਾਰੀ ਦਿੱਤੀ ਤੇ ਅਗਲੇ ਵੀਕ ਫੇਰ ਆਵਾਂਗੇ, ਗੱਲਬਾਤ ਕਰਾਂਗੇ ਔਰ ਸਾਨੂੰ ਨਵੀਆਂ ਅਪਡੇਟਸ ਇਹ ਦਿੰਦੇ ਰਹਿਣਗੇ। ਫਿਲਹਾਲ ਵਰੁਣ ਕੌਰ ਮਾਨ ਨੂੰ ਪ੍ਰੋਗਰਾਮ ਪੰਜਾਬ ਅਬਰੋਡ ਇੱਥੇ ਖਤਮ ਕਰਨ ਦੀ ਦਿਓ ਆਗਿਆ। ਸਤਿ ਸ਼੍ਰੀ ਅਕਾਲ।